तो खुदा दी पाक हजूरी दे विच आप सब दा स्वागत है। तो परमेश्वर दा असीं धन्नवाद करते हाँ खुदा दे इस घर दे वास्ते। परमेश्वर ने छत पैण दे विच मदद की और अज साडी इत्थे पहली इबादत है। छत पैण तो बाद जोर से ताली बजाओ, परमेश्वर दा धन्नवाद करो। हालेलुया। अगले संडे तक छत वाले पखे लग जाएंगे तो कोई चांस नहीं सी लगता कि संडे बंदगी हो जाएगी। पर शुक्र करदा मैं उन्हां भैन भरावां दा जिन्हां ने कल बड़ा जोर मारिया, कल ते परसों इत्थे साफ सफाई करन दे विच। तो परमेश्वर उन्हां नूं बड़ी बरकत देवे। ठीक है, बारिश आवे, मीह हनेरी आवे, आपको कोई टेंशन नहीं है। आप बैठ के कंटिन्यू खुदा दा धन्नवाद कर सकते जे, इबादत कर सकते जे। बोलो सारे हालेलुया। तो अज असीं खुदा दे वचन दे विचों सीखना है कि असीं सधियाई दे विच चलना है। कादे च चलना? बोलो। आदम ते हवा जदों उन्होंने पाप नहीं सी कीता, वो सीधे चलते सी। पर एक उन्हां दे कोल आया जिहड़ा सीधा नहीं सी चलदा। सप जदों चलदा किदां चलदा भला? ऐ वल पा पा के। ते ओ आदम ते हवा दे कोल आया तो उन्हां दे अंदर भी की पा गया? वल पा गया। उन्हां दा जीवन भी वैसा बना दिता। 2 मिनट के लिए अपनी अखां नूं बंद करिए, प्रभु दे अगे प्रार्थना करिए कि प्रभु अरदा वचन सानू अच्छे तरीके नाल समझ आवे। हालेलुया, 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 हालेलुया। ठीक है, हालेलुया। ठीक है, बोलो सारे हालेलुया। मेरी आवाज क्लीयर सुन रही सारे नूं? परमेश्वर आप सबनों बड़ी बरकत दे। निकालिए जबूर नंबर 84, 84। हालेलुया। जबूर नंबर 84 ਉਹਦੀ 2 ਐਤ ਦੇ ਵਿੱਚ ਲਿਖਿਆ ਹੈ, ਮੇਰਾ ਜੀ ਯਹੋਵਾ ਦੀਆਂ ਦਰਗਾਹਾਂ ਲਈ ਤਰਸਦਾ, ਸਗੋਂ ਖੁੱਸਦਾ ਜਾਂਦਾ ਹੈ। ਮੇਰਾ ਤਨ ਮਨ ਜਿਉਂਦੇ ਪਰਮੇਸ਼ਰ ਲਈ ਜੈਕਾਰਾ ਗਜਾਉਂਦਾ ਹੈ। ਫਿਰ ਜੈਕਾਰਾ ਗਜਾਓ ਵੀ, ਬੋਲੋ ਹਾਲੇਲੂਇਆ। ਅਗਰ ਅਸੀਂ ਸਿੱਧੇ ਬਣਨਾ ਚਾਹੁੰਦੇ ਹਾਂ, ਕੁਝ ਲੋਕ ਦਿਮਾਗ ਤੋਂ ਸਿੱਧੇ ਹੁੰਦੇ ਆ, ਉਹ ਨਹੀਂ ਮਤਲਬ। ਸਿੱਧੇ ਦਾ ਮਤਲਬ ਹੁੰਦਾ ਹੈ, ਮੈਨੂੰ ਫੋਨ ਲਾਇਆ ਬ੍ਰਦਰ ਦੀਪਕ ਜੌਨਸਨ ਨੇ ਜਦੋਂ ਉਹਨਾਂ ਸੰਡੇ ਸਾਡੇ ਕੋਲ ਆਉਣਾ ਸੀ, ਔਰ ਤੋਂ ਇੱਕ ਦਿਨ ਪਹਿਲਾਂ। ਤਾਂ ਮੈਨੂੰ ਕਹਿੰਦੇ ਪਾਸੀ ਜੈਮਸੀ ਦੀ ਕੀ ਕਰਨ ਦੇ ਜੇ? ਮੈਂ ਕਿਹਾ ਮੈਂ ਚਾਹ ਦੇ ਨਾਲ ਰਸ ਖਾਣ ਦੇ ਆ। ਤਾਂ ਹੱਸਣ ਦਾ ਵੀ ਬੜੇ ਖੁਸ਼ ਹੋਏ। ਕਈ ਵਾਰੀ ਆਪਾਂ ਚਾਹ ਦੇ ਨਾਲ ਰਸ ਖਾਣ ਦੇ ਹੁੰਦੇ ਆ ਤੇ ਕੋਈ ਸਾਨੂੰ ਫੋਨ ਕਰਦਾ ਹੈ, हाँ जी की करन दे जे? खान रस दे हुंदे आ ते दसी कुछ होर ही ज़्यादा ही ब्रांडेड चीज़ां दसी जांदे आ। कईयां दे कोल मोटरसाइकिल नहीं हुंदा ते लोकां नूं की दसदे आ, साडे कोल की आ, साडे कोल ते ऑडी कार आ। इहो जे लोग सिद्धे नहीं हुंदे। सिद्धे लोग परमेश्वर नूं पसंद ने। बाइबल दे विच लिखिआ ना, सिद्धे लोग यहोवा दा दर्शन पाउणगे। बोलो हालेलुया। जद तक साडे अंदर वलछल ने, ठीक है, बड़े वलछल ने, तद तक आप परमेश्वर को खुश नहीं कर सकते। और जब तक परमेश्वर खुश नहीं होएगा
ਆਪਾਂ ਕਿਸ ਤਰ੍ਹਾਂ ਬਰਕਤ ਨੂੰ ਲੈ ਸਕਦੇ ਹਾਂ। ਖੁਦਾ ਦਾ ਦਾਸ ਇੱਥੇ ਕਹਿੰਦਾ ਹੈ, ਮੇਰਾ ਜੀ ਯਹੋਵਾ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ। ਦਰਗਾਹਾਂ ਲਈ ਪਰਮੇਸ਼ਰ ਸਾਨੂੰ ਕਹਿੰਦਾ ਹੈ, ਪੂਰਾ ਹਫਤਾ ਤੁਸੀਂ ਕੰਮ ਕਰੋ, ਐਤਵਾਰ ਨੂੰ ਮੇਰੇ ਘਰ ਦੇ ਵਿੱਚ ਆ ਕੇ ਕੀ ਕਰੋ, ਇਬਾਦਤ ਕਰੋ। ਤੋ ਸ਼ਨੀਵਾਰ ਨੂੰ ਸਾਡੇ ਅੰਦਰ ਇੱਕ ਲਾਲਸਾ ਹੋਣੀ ਚਾਹੀਦੀ ਹੈ ਕਿ ਕੱਲ ਨੂੰ ਸੰਡੇ ਆਉਣ ਵਾਲਾ ਵਾ, ਤੋ ਅਸੀਂ ਕਿੱਥੇ ਜਾਣਾ, ਖੁਦਾ ਦੀ ਹਜ਼ੂਰੀ ਦੇ ਵਿੱਚ। ਆਪਾਂ ਖੁਦਾ ਦੇ ਘਰ ਦੇ ਵਿੱਚ ਜਾਣਾ ਹੈ। ਜਦੋਂ ਅਸੀਂ ਕੰਟੀਨਿਊ ਲਗਾਤਾਰ ਖੁਦਾ ਦੇ ਘਰ ਦੇ ਵਿੱਚ ਆਉਂਦੇ ਰਹਿੰਦੇ ਆ ਤੋ ਪਰਮੇਸ਼ਰ ਜਿਹੜਾ ਹੈ ਸਾਨੂੰ ਉਹ ਤਰਾਸ਼ਣਾ ਸ਼ੁਰੂ ਕਰ ਦਿੰਦਾ ਹੈ, ਸਾਡੇ ਉਹ ਹਾਲਾਤਾਂ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ। ਦੇਖੋ, ਅਸੀਂ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਦੇ ਵਿੱਚ ਭੇਜਦੇ ਹਾਂ, ਜਦੋਂ ਉਹ ਛੋਟੇ ਛੋਟੇ ਹੁੰਦੇ ਨੇ, ਪਹਿਲੇ ਦਿਨ ਉਹ ਰੋਂਦੇ ਨੇ, ਉਹ ਜਿੱਦ ਕਰਦੇ ਨੇ, ਉਹਨਾਂ ਨੂੰ ਐਂ ਲੱਗਦਾ ਕਿ ਸਾਡੇ ਮਾਂ-ਪਿਓ ਸਾਡੇ ਆਪਣੇ ਨਾਲੋਂ ਸਾਨੂੰ ਅਲੱਗ ਕਿਉਂ ਕਰ ਰਹੇ ਆ। ਪਰ ਜਦੋਂ ਬੱਚੇ ਲਗਾਤਾਰ ਕੰਟੀਨਿਊ ਸਕੂਲ ਦੇ ਵਿੱਚ ਜਾਂਦੇ ਰਹਿੰਦੇ ਆ, ਉਹ ਪੜ੍ਹ ਲਿਖ ਕੇ ਇੱਕ ਦਿਨ ਅੱਛੇ ਇਨਸਾਨ ਬਣ ਜਾਂਦੇ ਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਇਸੇ ਤਰ੍ਹਾਂ ਆਪ ਦੇ ਅੰਦਰ ਇੱਕ ਲਾਲਸਾ, ਇੱਕ ਆਪ ਦੇ ਅੰਦਰ ਜਿਗਿਆਸਾ ਹੋਣੀ ਚਾਹੀਦੀ ਆ ਕਿ ਮੈਂ ਐਤਵਾਰ ਨੂੰ ਕਿੱਥੇ ਜਾਣਾ, ਖੁਦਾ ਦੀ ਹਜ਼ੂਰੀ ਦੇ ਵਿੱਚ। ਖੁਦਾ ਦਾ ਦਾਸ ਕਹਿੰਦਾ ਹੈ ਕਿ ਮੇਰਾ ਜੀ, ਮੇਰਾ ਮਨ ਯਹੋਵਾ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ। ਤੇ ਫਿਰ ਕਹਿੰਦਾ ਮੇਰਾ ਮਨ ਦਿਮਾਗ ਜਾਨੀ ਕਿ, ਤੇ ਤਨ ਜਾਨੀ ਕਿ ਸਰੀਰ। ਮੇਰਾ ਤਨ ਮਨ ਜੂੰਦੇ ਪਰਮੇਸ਼ਰ ਲਈ ਜੈਕਾਰਾ ਗਜਾਉਂਦਾ ਹੈ। ਬੋਲੋ ਹਾਲੇਲੂਇਆ। ਔਰ 4 ਐਤ ਦੇ ਵਿੱਚ ਕਹਿੰਦਾ ਹੈ, ਧਨ ਉਹ ਹਨ ਜਿਹੜੇ ਤੇਰੇ ਭਵਨ ਵਿੱਚ ਵਸਦੇ ਹਨ ਅਤੇ ਉਹ ਨਿਤ ਤੇਰੀ ਉਸਤਤ ਕਰਨਗੇ। ਆਮੀਨ। ਉਹ ਲੋਕ ਮੁਬਾਰਕ ਨੇ, ਉਹ ਲੋਕ ਧਨ ਨੇ ਜਿਹੜੇ ਖੁਦਾ ਦੀ ਹਜ਼ੂਰੀ ਵਿੱਚ ਵਸਣਾ ਪਸੰਦ ਕਰਦੇ ਨੇ, ਐਤਵਾਰ ਵਾਲੇ ਦਿਨ ਖੁਦਾ ਦੀ ਹਜ਼ੂਰੀ ਵਿੱਚ ਆਉਣਾ ਪਸੰਦ ਕਰਦੇ ਨੇ, ਉਹ ਧਨ ਨੇ। ਔਰ ਐਸੇ ਲੋਕਾਂ ਨੂੰ ਪਰਮੇਸ਼ਰ ਬਰਕਤ ਦਿੰਦਾ ਹੈ। ਐਸੇ ਲੋਕਾਂ ਦੀਆਂ ਜਦੋਂ ਉਹ ਹੱਥ ਅੱਡ ਕੇ ਦੁਆਵਾਂ ਕਰਦੇ ਨੇ, ਪਰਮੇਸ਼ਰ ਦੁਆਵਾਂ ਸੁਣਦਾ ਹੈ। ਐਸੇ ਲੋਕ ਜਦੋਂ ਪਰਮੇਸ਼ਰ ਨੂੰ ਪੁਕਾਰਦੇ ਤੇ ਪਰਮੇਸ਼ਰ ਫਿਰ ਚੁੱਪ ਕਰਕੇ ਨਹੀਂ ਬੈਠਾ ਰਹਿੰਦਾ, ਉਹ ਖੜਾ ਹੁੰਦਾ ਆਪਣੇ ਲੋਕਾਂ ਦੇ ਵਾਸਤੇ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਮੂਸਾ ਨੇ 40 ਸਾਲ ਤੱਕ ਖੁਦਾ ਨੂੰ ਪੁਕਾਰਿਆ। ਬੋਲੋ ਕਿੰਨੇ ਸਾਲ? ਮੂਸਾ ਨੇ 40 ਸਾਲ ਤੱਕ ਖੁਦਾ ਨੂੰ ਪੁਕਾਰਿਆ। ਉਹਦਾ ਰਿਜ਼ਲਟ ਦੇਖੋ, ਪਰਮੇਸ਼ਰ ਨੇ ਉਹਨੂੰ ਉਹ ਮਸਾ ਦਿੱਤਾ, ਮੈਂ ਸੋਚਦਾ ਜਿਹੜਾ ਅੱਜ ਤੱਕ ਕਿਸੇ ਪੈਗੰਬਰ ਦੇ ਉੱਤੇ ਨਹੀਂ ਉਤਰਿਆ। ਦੁਨੀਆ ਦੀ ਸਭ ਤੋਂ ਤਾਕਤਵਰ ਆਰਮੀ ਦੇ ਅੱਗੇ ਜਾ ਕੇ ਖੜਾ ਕਰ ਦਿੱਤਾ ਪਰਮੇਸ਼ਰ ਨੇ ਉਹਨੂੰ। ਅੱਜ ਵੀ ਜੇ ਤੁਸੀਂ ਇਤਿਹਾਸ ਪੜ੍ਹੋ, ਮਿਸਰ ਦੀਆਂ ਦੇਖੋ, ਮਿਸਰ ਦੀਆਂ ਡੈੱਡ ਬੋਡੀਆਂ ਵੀ ਮਸ਼ਹੂਰ ਨੇ। ਅਗਰ ਤੁਸੀਂ ਤੁਹਾਡੇ ਵਿੱਚੋਂ ਕੋਈ ਫਿਲਮਾਂ ਵੇਖਣ ਦੇ ਸ਼ੌਕੀਨ ਨੇ ਤੇ ਸ਼ਾਇਦ ਤੁਸੀਂ ਦੇਖਿਆ ਹੋਵੇਗਾ, ਮਿਸਰ ਦੀ ਉਹਨੂੰ ਇੰਗਲਿਸ਼ ਦਾ ਵਰਡ ਹੈ ਮੰਮੀਜ਼, ਯਾਨੀ ਕਿ ਡੈੱਡ ਬੋਡੀਆਂ ਕਹਿੰਦੇ। ਉਹ ਮਿਸਰ ਦੇ ਜਿਹੜੀਆਂ ਮੁਰਦਾ ਚੀਜ਼ਾਂ ਨੇ ਉਹਨਾਂ 'ਚ ਵੀ ਜਾਨ ਹੁੰਦੀ ਹੈ। ਅਸਲ ਦੇ ਵਿੱਚ ਕੀ ਹੈ ਦੀ ਸੱਚਾਈ, ਜਿਹੜੀ ਮਿਸਰ ਦੀ ਫੌਜ ਹੈ ਉਹ ਐਡੀ ਪਾਵਰਫੁਲ ਹੁੰਦੀ ਸੀ, ਉਹਦੇ ਜਿਹੜੇ ਸੂਰਮੇ ਸੀ, ਉਹਦੇ ਤੇ ਜਿਹੜੇ ਯੋਧੇ ਸੀ, ਉਹ ਇੰਨੇ ਤਾਕਤਵਰ ਹੁੰਦੇ ਸੀ ਕਿ ਜਦੋਂ ਮਰ ਜਾਂਦੇ ਹੁੰਦੇ ਸੀ ਤੇ ਲੋਕ ਤਾਂ ਵੀ ਡਰਦੇ ਹੁੰਦੇ ਸੀ ਵੀ ਇਹ ਖਰੇ ਫੇਰ ਜਿੰਦਾ ਹੋ ਕੇ ਸਾਡੇ ਨਾਲ ਲੜਨ ਨਾ ਡੈ ਪੈਣ। ਇੰਨਾ ਖੌਫ ਹੁੰਦਾ ਸੀ ਲੋਕਾਂ ਦੇ ਦਿਲਾਂ 'ਚ ਉਹਨਾਂ ਦੇ ਪ੍ਰਤੀ। ਪਰ ਦੇਖੋ, ਜਦੋਂ ਮੂਸਾ ਲਗਾਤਾਰ ਆਪਣੇ ਸਹੁਰੇ ਦੀਆਂ ਭੇਡਾਂ ਬੱਕਰੀਆਂ ਚਾਰਦਾ ਹੈ ਔਰ ਪਹਾੜ ਤੇ ਜਾ ਕੇ ਪਰਮੇਸ਼ਰ ਨੂੰ ਹਰ ਰੋਜ਼ ਪੁਕਾਰਦਾ ਹੈ, ਹਰ ਰੋਜ਼ ਪਰਮੇਸ਼ਰ ਅੱਗੇ ਦੁਆਵਾਂ ਕਰਦਾ ਹੈ। ਬੋਲੋ ਸਾਰੇ ਹਾਲੇਲੂਇਆ। 40 ਸਾਲ ਤੱਕ ਪਰਮੇਸ਼ਰ ਨੇ ਉਹਦੇ ਲਾਗੇ ਆ ਕੇ ਇਦਾਂ ਵੀ ਨਹੀਂ ਕੀਤਾ, ਛਿੱਕ ਵੀ ਨਹੀਂ ਮਾਰੀ ਪਰਮੇਸ਼ਰ ਨੇ ਉਹਦੇ ਲਾਗੇ ਆ ਕੇ, ਚੂੰ ਤੱਕ ਨਹੀਂ ਕੀਤਾ ਪਰਮੇਸ਼ਰ ਨੇ ਉਹਦੇ ਲਾਗੇ ਆ ਕੇ। ਪਰ ਉਹ ਹਟਿਆ ਨਹੀਂ, ਦੁਆ ਕਰਦਾ 80 ਸਾਲਾਂ ਦਾ ਹੋ ਗਿਆ। ਔਰ ਮੈਂ ਸੋਚਦਾ ਹੁਣ ਦੁਆ ਬਦਲ ਗਈ ਹੋਣੀ ਉਹਦੀ। ਕਹਿੰਦਾ ਹੋਣਾ ਪਰਮੇਸ਼ਰ ਮੈਂ ਤੇ ਹੁਣ ਬਜ਼ੁਰਗ ਹੋ ਗਿਆ, ਪਰ ਤੂੰ ਆਪਣੇ ਲੋਕਾਂ ਦੀ ਸਾਰ ਲੈ ਜਿਹੜੇ ਮਿਸਰ ਦੇ ਵਿੱਚ ਨੇ। ਔਰ ਪਰਮੇਸ਼ਰ ਨੇ ਸਾਰ ਲਈ। ਤੇ ਕਲਾਮ ਦੇ ਵਿੱਚ ਲਿਖਿਆ ਨਾ, ਜਵਾਨ ਥੱਕ ਜਾਣਗੇ, ਮੁੰਡੇ ਹੁੱਸ ਜਾਣਗੇ, ਪਰ ਜਿਹੜੇ ਯਹੋਵਾ ਨੂੰ ਉਡੀਕਦੇ ਨੇ, ਕਿਹਨੂੰ? ਉਹ ਕਿੱਦਾਂ ਬਲ ਪਾਉਣਗੇ? ਨਵੇਂ ਸਿਰੇ ਤੋਂ ਬਲ ਗ੍ਰਹਿਣ ਕਰਨਗੇ। ਬੋਲੋ ਹਾਲੇਲੂਇਆ। तो हमेशा याद रखना, अगर असी खुदा दी हजूरी च जाने कंटिन्यू,
ਉਹਦੇ ਰਿਜ਼ਲਟ ਕੁਝ ਹੋਰ ਹੁੰਦੇ ਨੇ। ਜਿਹੜੇ ਕੰਟੀਨਿਊ ਠੇਕਿਆਂ ਤੇ ਜਾਂਦੇ ਨੇ, ਜਿਹੜੇ ਕੰਟੀਨਿਊ ਜੂਵਿਆਂ ਦੇ ਅੱਡਿਆਂ ਤੇ ਜਾਂਦੇ ਨੇ, ਉਹਨਾਂ ਦੇ ਰਿਜ਼ਲਟ ਕੁਝ ਹੋਰ ਹੁੰਦੇ ਨੇ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਐਕਸਪਰਟ ਦੱਸ ਰਿਹਾ ਸੀ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ, ਯਿਸੂ ਮਸੀਹ ਨੂੰ ਨਹੀਂ ਮੰਨਦਾ ਉਹ, ਵੈਸੇ ਜਿਹਨੂੰ ਆਪਾਂ ਮੋਟੀਵੇਸ਼ਨ ਸਪੀਕਰ ਕਹਿੰਦੇ, ਉਹ ਬੋਲ ਰਿਹਾ ਸੀ ਕਿ ਅਗਰ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਜੇ, ਕੁਝ ਹਾਸਲ ਕਰਨਾ ਚਾਹੁੰਦੇ, ਤੇ ਉਹਦੇ ਲਈ ਤੁਹਾਨੂੰ ਘੱਟ ਤੋਂ ਘੱਟ 2 ਮਹੀਨੇ ਲਗਾਤਾਰ ਉਸ ਚੀਜ਼ ਦੇ ਉੱਤੇ ਕੰਮ ਕਰਨਾ ਪੈਣਾ। ਔਰ ਜਿਹੜੀ ਉਹ ਗੱਲ ਦੱਸ ਰਿਹਾ ਸੀ, ਉਹਨੇ ਉਸ ਚੀਜ਼ ਦੇ ਅੰਕੜੇ ਕੱਢ ਕੇ ਦੱਸੇ ਕਿ ਜਿਹੜੇ ਲੋਕ ਕਾਮਯਾਬ ਹੋਏ ਆ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਨੌਕਰੀ ਦੇ ਵਿੱਚ, ਕੰਟੀਨਿਊ ਉਸ ਚੀਜ਼ ਦੇ ਉੱਤੇ ਕੰਮ ਕਰਨਾ ਪੈਂਦਾ ਹੈ। ਬੋਲੋ ਹਾਲੇਲੂਇਆ। ਆਪਾਂ ਦੇਖਦੇ ਹਾਂ ਨਾ, ਲੋਹਾਰ ਦੇ ਕੋਲ ਜਾਈਏ ਤੇ ਲੋਹਾਰ ਜਿਹੜਾ ਵਾ, ਜਿੱਦਾਂ ਇਹ ਪਿੰਡਾਂ 'ਚ ਲੈਣ ਵਾਲੇ ਲੋਕ, ਟੋਕਾ ਹੁੰਦਾ ਨਾ ਸਾਡਾ ਪੱਠੇ ਕੁਤਰਨ ਵਾਲਾ, ਉਹਦੀਆਂ ਛੁਰੀਆਂ ਨੂੰ ਜਦੋਂ ਤਿੱਖਾ ਕਰਦਾ, ਪਹਿਲਾਂ ਉਹਨੂੰ ਅੱਗ ਦੇ ਵਿੱਚ ਐ ਲਾਲ ਕਰ ਦਿੰਦਾ, ਔਰ ਫਿਰ ਉਹ ਕੰਟੀਨਿਊ ਉਹਦੇ ਤੇ ਹਥੌੜੇ ਨਾਲ ਕੀ ਕਰਦਾ ਵਾ, ਵਾਰ ਕਰਦਾ। ਇੱਕੋ ਇੱਕ ਵਾਰ ਨਹੀਂ ਕਰਦਾ, ਉਹ ਬਾਰ-ਬਾਰ ਵਾਰ ਕਰੀ ਜਾਂਦਾ, ਉਹਨੂੰ ਐ ਚੰਡਦਾ ਨਹੀਂ ਜਦ ਤੱਕ ਵਾਰ ਕਰੀ ਜਾਂਦਾ। ਅਗਰ ਆਪ ਆਪਣੇ ਆਪ ਨੂੰ ਚੰਡਣਾ ਚਾਹੁੰਦੇ ਜੇ, ਔਰ ਚਾਹੁੰਦੇ ਜੇ ਕਿ ਮੈਂ ਬਿਲਕੁਲ ਸਿੱਧਾ ਇਨਸਾਨ ਬਣ ਜਾ, ਮੇਰੇ ਅੰਦਰ ਕੋਈ ਵਲਸਲ ਨਾ ਹੋਵੇ। ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਇਨਸਾਨ ਨੂੰ ਸਿੱਧਾ ਬਣਾਇਆ ਸੀ, ਪਰ ਉਹਨੇ ਆਪਣੇ ਲਈ ਨਾ ਬਹੁਤ ਸਾਰੇ ਉਲਝਣਾਂ ਜਿਹੜੀਆਂ ਪੈਦਾ ਕਰ ਲਈਆਂ। ਅਬ ਨੱਕ ਦੀ ਸੀਧ ਵਿੱਚ ਚੱਲੋ ਖੁਦਾ ਦੇ ਅੱਗੇ। ਕਹਿੰਦਾ ਤੁਹਾਨੂੰ ਜਿਹੜੇ ਕਿੱਥੇ ਵੱਸਦੇ ਨੇ, ਯਹੋਵਾ ਤੇਰੇ ਭਵਨ ਦੇ ਵਿੱਚ ਵੱਸਦੇ ਨੇ। ਯਹੋਵਾ ਦਾ ਭਵਨ, ਠੀਕ ਆ, ਅਸੀਂ ਇਹ ਬਿਲਡਿੰਗ ਬਣਾਈ ਹੈ, ਇਹ ਇੱਕ ਸੈਪਰੇਟ ਜਗ੍ਹਾ ਇਸ ਲਈ ਤਿਆਰ ਕੀਤੀ ਜਾਂਦੀ ਕਿ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਖੁਦਾ ਦਾ ਧੰਨਵਾਦ ਕਰ ਸਕੀਏ। ਹਰ ਸੰਡੇ ਦੇ ਸੰਡੇ ਇੱਥੇ ਆ ਕੇ ਖੁਦਾ ਦੀ ਹਜ਼ੂਰੀ ਵਿੱਚ ਬੈਠ ਸਕੀਏ। ਔਰ ਜਦੋਂ ਅਸੀਂ ਕੰਟੀਨਿਊ ਉਹਦੀ ਹਜ਼ੂਰੀ 'ਚ ਤੁਰੇ ਰਹਿੰਦੇ ਆ, ਤਾਂ ਉਹਦੇ ਰਿਜ਼ਲਟ ਫਿਰ ਕੁਝ ਹੋਰ ਹੁੰਦੇ ਆ। ਔਰ ਲਿਖਿਆ ਜਿਹੜੇ ਯਹੋਵਾ ਦੇ ਭਵਨ 'ਚ ਵੱਸਦੇ ਉਹ ਨਿਤ ਤੇਰੀ ਕੀ ਕਰਨਗੇ, ਉਸਤਤ ਕਰਨਗੇ। ਹਾਂਜੀ, ਹੁਣ ਆਪਾਂ ਚਰਚ ਦੇ ਵਿੱਚ ਆ ਗਏ, ਖੁਦਾ ਦੇ ਘਰ ਦੇ ਵਿੱਚ ਆ ਗਏ, ਤਾਂ ਆ ਕੇ ਉੱਦਾਂ ਹੀ ਨਹੀਂ ਬੈਠੇ ਰਹਿਣਾ। ਜਦੋਂ ਕਿਹਾ ਜਾਂਦਾ ਤਾਲੀ ਵਜਾ ਕੇ ਗੀਤ ਗਾਓ, ਤਾਂ ਉਦੋਂ ਤਾਲੀ ਵਜਾ ਕੇ ਗੀਤ ਗਾਉਣਾ ਹੈ। ਜਦੋਂ ਕਿਹਾ ਜਾਂਦਾ ਹੈ ਹੱਥ ਉਠਾ ਕੇ ਧੰਨਵਾਦ ਕਰੋ, ਉਦੋਂ ਹੱਥਾਂ ਨੂੰ ਉਠਾ ਕੇ ਕੀ ਕਰਨਾ, ਬੋਲੋ ਹਾਲੇਲੂਇਆ। ਜਦੋਂ ਕਿਹਾ ਜਾਂਦਾ ਹੱਥ ਹਿਲਾ ਕੇ ਧੰਨਵਾਦ ਕਰੋ, ਉਦੋਂ ਹੱਥਾਂ ਨੂੰ ਹਿਲਾ ਕੇ ਧੰਨਵਾਦ ਕਰਨਾ। ਇਸ ਤਰੀਕੇ ਨਾਲ ਜਦੋਂ ਤੁਸੀਂ ਖੁਦਾ ਦੀ ਪ੍ਰਸਤਿਸ਼ ਕਰਦੇ ਜੋ, ਉਹਦੀ ਹਜ਼ੂਰੀ ਵਿੱਚ ਆ ਕੇ, ਉਹਦੇ ਰਿਜ਼ਲਟ ਜਿਹੜੇ ਨੇ ਬੜੇ ਫਿਰ ਜ਼ਬਰਦਸਤ ਹੁੰਦੇ ਨੇ। ਬੋਲੋ ਹਾਲੇਲੂਇਆ। 5 ਐਤ, ਧੰਨ ਹੈ ਉਹ ਆਦਮੀ ਜਿਹਦਾ ਬਲ ਤੇਰੀ ਵੱਲੋਂ ਹੈ ਤੇ ਜਿਹਦੇ ਮਨ ਵਿੱਚ ਤੇਰੇ ਮਾਰਗ ਹਨ। ਮਨ ਵਿੱਚ ਕਿਹਦੇ ਮਾਰਗ ਆ? ਹਾਂ, ਮਨ ਵਿੱਚ ਇਹ ਨਹੀਂ ਮਾਰਗ ਹੈ ਉਹ ਫਲਾਣੀ ਅੱਜ ਘਰ ਕੱਲੀ ਹੋਣੀ ਆ, ਮੈਂ ਜਾਣਾ ਉਹਨੂੰ। ਇਹਦਾ ਵਿੱਚ ਤਾਂ ਮਨ ਦੇ ਵਿੱਚ ਫਿਰ ਮਾਰਗ ਕੀ ਆ? ਪੁੱਠੇ ਬਦੀ ਦੇ ਮਾਰਗ ਹੈ। ਅੱਜ ਫਲਾਣੇ ਦੇ ਘਰ ਕੋਈ ਨਹੀਂ ਹੋਣਾ ਤੇ ਉਧਰ ਡਾਕਾ ਮਾਰ ਲਈਏ। ਕਿੱਧਰ ਆ ਮਨ? ਚੋਰੀ ਦੇ ਵੱਲ ਹੈ। ਅੱਜ ਫਲਾਣਾ ਜ਼ਿਮੀਂਦਾਰ ਨਾਲ ਸਾਰੇ ਜੀ ਵਾਂਡੇ ਗਏ ਤੇ ਉਹਨਾਂ ਦੇ ਪੱਠੇ ਚੋਰੀ ਵੱਢ ਲਿਆਈਏ। ਕਿੱਧਰ ਵਾ ਮਨ? ਬਦੀਆਂ ਵੱਲ, ਚੋਰੀਆਂ ਵੱਲ, ਠੱਗੀਆਂ ਵੱਲ, ਹੇਰਾ ਫੇਰੀਆਂ ਵੱਲ। ਅਜੀਜੋ, ਲਿਖਿਆ ਜਿਸ ਦੇ ਮਨ ਵਿੱਚ ਪਰਮੇਸ਼ਰ ਦੇ ਮਾਰਗ ਨੇ, ਉਹ ਆਦਮੀ ਧੰਨ ਹੈ। ਤੇ ਉਹ ਆਦਮੀ ਹੋਰ ਜ਼ਿਆਦਾ ਧੰਨ ਵਾ ਜਿਹਦਾ ਬਲ ਪਰਮੇਸ਼ਰ ਵਾ। ਮੈਂ ਇਹ ਜਿਹੜੀ ਖਿਦਮਤ ਹੁਣ ਤੱਕ ਕਰ ਰਿਹਾ, ਖੁਦਾ ਦੀ ਸੇਵਾ ਕਰ ਰਿਹਾ, ਮੈਂ ਆਪਣੇ ਇਸ ਸਰੀਰ ਦੇ ਨਾਲ ਨਹੀਂ ਕਰ ਰਿਹਾ, ਮੈਂ ਆਪਣੇ ਜ਼ੋਰ, ਆਪਣੀ ਤਾਕਤ ਦੇ ਨਾਲ ਨਹੀਂ ਕਰ ਰਿਹਾ। ਉਹ ਯਹੋਵਾ ਦਾ ਦਿੱਤਾ ਹੋਇਆ ਬਲ ਹੈ ਮੇਰੇ ਅੰਦਰ। ਬੋਲੋ ਹਾਲੇਲੂਇਆ। ਉਹੀ ਬਲ ਉਹ ਪਰਮੇਸ਼ਰ ਤੁਹਾਨੂੰ ਵੀ ਦੇਵੇਗਾ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਜਦੋਂ ਆਪ ਸੱਚੇ ਦਿਲ ਦੇ ਨਾਲ ਮਨ ਐ ਸਿੱਧਾ ਕਰਕੇ, ਕਿੱਦਾਂ ਕਰਕੇ ਮਨ? ਬੋਲੋ ਉੱਚੀ ਬੋਲੋ, ਮਨ ਕਿੱਦਾਂ ਕਰਕੇ? ਹਾਲੇਲੂਇਆ। ਤੇ ਬਹੁ ਵੀ ਕਿੱਦਾਂ? ਸਿੱਧੇ ਹੋ ਗਏ ਬਹੁ, ਐਵੇਂ ਉਲਰ ਕੇ ਨਾ ਬਹੁ। ਬੋਲੋ ਹਾਲੇਲੂਇਆ। ਹੁਣ 11 ਐਤ ਦੇ ਵਿੱਚ ਆ ਜਾਓ। ਯਹੋਵਾ ਪਰਮੇਸ਼ਰ ਇੱਕ ਸੂਰਜ ਤੇ ਇੱਕ ਢਾਲ ਹੈ। ਯਹੋਵਾ ਦਇਆ ਅਤੇ ਤੇਜ ਦੇਵੇਗਾ। ਉਹ ਸਿਧਾਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ। ਹਾਲੇਲੂਇਆ। ਜਿਹੜੇ ਲੋਕ ਸਿਧਾਈ ਵਿੱਚ ਚੱਲਦੇ ਨੇ, ਲਿਖਿਆ ਪਰਮੇਸ਼ਰ ਉਹਨਾਂ ਤੋਂ ਕੋਈ ਵੀ ਚੰਗੀ ਚੀਜ਼ ਨਹੀਂ ਰੋਕੇਗਾ।
ਸਿੱਧੇ ਆਪਾਂ ਕਦੀ ਹੁੰਦੇ ਨਹੀਂ। ਪਾਸਟਰ ਤੁਹਾਨੂੰ ਪੁੱਛਦਾ ਐਤਵਾਰ ਕਿੱਥੇ, ਉਹ ਐਨੂੰ ਉਹ ਫਲਾਣਾ ਕੰਮ ਪੈ ਗਿਆ, ਉਹ ਟਮਕਾਣਾ ਕੰਮ ਪੈ ਗਿਆ। ਵਲਸ਼ਾ ਵਿੰਗ ਨੇ ਜ਼ਿੰਦਗੀ ਵਿੱਚ। ਦੇਖੋ ਕਿੱਡੀ ਜ਼ਬਰਦਸਤ ਗੱਲ ਲਿਖੀ ਹੈ। ਯਹੋਵਾ ਪਰਮੇਸ਼ਰ ਸੂਰਜ ਤੇ ਇੱਕ ਢਾਲ ਹੈ, ਜਾਨੀ ਕਿ ਉਹ ਢਾਲ ਸਾਡੇ ਲਈ ਕਿੱਦਾਂ ਵੇ, ਇੱਕ ਸੂਰਜ ਦੀ ਤਰ੍ਹਾਂ। ਤੁਸੀਂ ਦੱਸੋ ਸੂਰਜ ਦਾ ਸਾਹਮਣਾ ਕੋਈ ਕਰ ਸਕਦਾ? ਦੁਨੀਆ ਦੇ ਕਿੱਡੇ ਜ਼ਬਰਦਸਤ ਵਿਗਿਆਨੀ ਹੋਏ, ਚੰਦਰਮਾ ਤੇ ਚਲੇ ਗਏ, ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿਾਂ ਤੇ ਚਲੇ ਗਏ, ਸੂਰਜ ਤੇ ਕੋਈ ਜਾ ਸਕਿਆ ਅਜੇ ਤੱਕ? ਇੱਕ ਨੇ ਸਾਡੀ ਵੀਡੀਓ ਤੇ ਕਮੈਂਟ ਕੀਤਾ, ਉਹ ਕਹਿੰਦੇ ਤੁਹਾਡਾ ਯਿਸੂ ਕਹਿੰਦਾ ਹੈ ਸੂਰਜ ਚੌਥੇ ਦਿਨ ਬਣਿਆ ਤੇ 3 ਦਿਨ ਕਿੱਦਾਂ ਚੜ ਗਿਆ। ਲੋਕ ਇਹਨਾਂ ਸੂਰਜ ਚੰਦ ਸਿਤਾਰਿਆਂ ਦੇ ਸਹਾਰੇ ਜੀਂਦੇ ਨੇ, ਅਸੀਂ ਯਿਸੂ ਦੇ ਸਹਾਰੇ ਜੀਂਦੇ ਆ ਜਿਨੇ ਇਹਨੂੰ ਬਣਾਇਆ ਵਾ। ਬੋਲੋ ਹਾਲੇਲੂਇਆ। ਹੁਣ ਦੇਖੋ ਮਨ ਸਿੱਧਾ ਹੋਏਗਾ ਤੇ ਪਰਮੇਸ਼ਰ ਵੀ ਤੁਹਾਡੇ ਲਈ ਸਿੱਧਾ ਬਣ ਜਾਏਗਾ, ਤੁਹਾਨੂੰ ਸਮਝ ਆਉਣ ਲੱਗ ਪਏਗਾ। ਤੇ ਜੇ ਤੁਹਾਡੇ ਅੰਦਰ ਵਲਛਲ ਹੋਣਗੇ ਨਾ ਤੇ ਤੁਹਾਨੂੰ ਵੀ ਉਹ ਇੰਨੇ ਵਲਾਂ ਛਲਾਂ 'ਚ ਪਾ ਛੱਡੂਗਾ, ਤੁਹਾਨੂੰ ਸਾਰੀ ਉਮਰ ਸਮਝ ਹੀ ਨਹੀਂ ਆਉਣੀ ਮੇਰੀ ਜ਼ਿੰਦਗੀ ਕੀ ਆ, ਮੇਰੀ ਘਰ ਵਾਲੀ ਕੀ ਆ, ਮੇਰੇ ਨਿਆਣੇ ਕੀ ਆ, ਮੈਂ ਕੀ ਆ। ਐ ਕਈ ਕਹਿੰਦੇ ਯਾਰ ਕਾਹਦੇ ਲਈ ਆਏ, ਯਿਸੂ ਮਸੀਹ ਨੂੰ ਮੰਨਦੇ ਹੋਏ ਵੀ ਕਈ ਕਹਿੰਦੇ ਕਾਹਦੇ ਲਈ ਆਏ ਇਸ ਦੁਨੀਆ ਤੇ, ਖੱਪ ਖਪਾ ਫਾ ਸਿਆਪਾ, ਬਸ ਇਦਾਂ ਹੀ। ਜਿਹੜੋ ਇਹ ਗੱਲ ਯਾਦ ਰੱਖੋ, ਪਰਮੇਸ਼ਰ ਕਹਿੰਦਾ ਹੈ ਉਸ ਦਿਹਾਈ ਵਿੱਚ ਚੱਲਣ ਵਾਲਿਆਂ ਤੋਂ। ਕਿਹਦੇ 'ਚ ਚੱਲਣ ਵਾਲਿਆਂ ਤੋਂ? ਕੀ ਲਿਖਿਆ ਅੱਗੇ? ਕੋਈ ਚੰਗੀ ਚੀਜ਼ ਨਾ ਰੋਕੇਗਾ। ਪਰਮੇਸ਼ਰ ਵਾਅਦਾ ਕਰਦਾ ਹੈ ਹਰੇਕ ਚੰਗੀ ਚੀਜ਼ ਤੁਹਾਡੇ ਘਰ ਦੇ ਵਿੱਚ ਹੋਏਗੀ, ਪਰ ਆਪਣੇ ਸਿੱਧੇ ਹੋ ਕੇ ਚੱਲਣਾ ਹੈ। ਹਾਲੇਲੂਇਆ। ਕਿੱਦਾਂ ਹੋ ਕੇ ਚੱਲਣਾ ਹੈ? ਕੋਈ ਤੁਹਾਨੂੰ ਮਾਰ ਨਹੀਂ ਸਕੇਗਾ, ਕੋਈ ਤੁਹਾਨੂੰ ਡਰਾ ਨਹੀਂ ਸਕੇਗਾ, ਕੋਈ ਬਿਮਾਰੀ ਤੁਹਾਨੂੰ ਹਰਾ ਨਹੀਂ ਸਕੇਗੀ, ਕੋਈ ਗਰੀਬੀ ਤੁਹਾਨੂੰ ਕਮਜ਼ੋਰ ਨਹੀਂ ਕਰ ਸਕੇਗੀ, ਦੁਨੀਆ ਦੀ ਕੋਈ ਤਾਕਤ ਤੋਂ ਤੁਹਾਨੂੰ ਡਰ ਨਹੀਂ ਲੱਗੇਗਾ ਜਦੋਂ ਤੁਸੀਂ ਸਿੱਧੇ ਚੱਲੋਗੇ। ਤੇ ਕਹਿੰਦੇ ਕਹਿਣਾ ਸੌਖਾ ਤੇ ਕਰਨਾ ਔਖਾ। ਮੈਂ ਕਹਿੰਦਾ ਕਹਿਣਾ ਵੀ ਸੌਖਾ ਤੇ ਕਰਨਾ ਵੀ ਸੌਖਾ ਜੇ ਨਾਲ ਕੌਣ ਖੜਾ ਹੋਵੇ? ਪ੍ਰਭੂ ਯਿਸੂ ਮਸੀਹ। ਬੋਲੋ ਹਾਲੇਲੂਇਆ। ਆਪਾਂ ਖੁਦ ਯਤਨ ਕਰਦੇ ਹਾਂ। ਆਪ ਪ੍ਰਭੂ ਨੂੰ ਕਹੋ ਪ੍ਰਭੂ ਮੈਨੂੰ ਦੁਆ ਕਰਨੀ ਸਿਖਾਲ। ਚਲੇ ਆ ਕੇ ਕਹਿੰਦੇ ਨਾ ਪ੍ਰਭੂ ਨੂੰ, ਪ੍ਰਭੂ ਸਾਨੂੰ ਕੀ ਕਰਨੀ ਸਿਖਾਲ। ਪ੍ਰਭੂ ਮੇਰੇ ਕੋਲ ਪ੍ਰਾਰਥਨਾ ਨਹੀਂ ਹੁੰਦੀ, ਮੈਨੂੰ ਪ੍ਰਾਰਥਨਾ ਕਰਨ ਵਾਲਾ ਮਨ ਦੇ। ਮੇਰੇ ਕੋਲ ਰੋਜ਼ਾ ਨਹੀਂ ਰੱਖਿਆ ਜਾਂਦਾ, ਪ੍ਰਭੂ ਮੈਨੂੰ ਰੋਜ਼ਾ ਰੱਖਣ ਵਾਲਾ ਮਨ ਦੇ। ਬੋਲੋ ਹਾਲੇਲੂਇਆ। जोर से बोलो हालेलुया। हालेलुया बोलना, हाथ चुक के बोलना हालेलुया। आपने परमेश्वर नूं कहना मेरे को सिगरेट नहीं छड्डी जाती, बीड़ी नहीं छड्डी जाती, परमेश्वर मैनू बीड़ी सिगरेट तो आजाद कर, परमेश्वर मैनू फलानी बदी तो आजाद कर। यसु मसीह ने कहा जो मनुखा तो नहीं हो सकता कौन करता हो, वो परमेश्वर करता है। कदी क्या जी ओनू प्रभु मैनू आजाद कर, यह जी बड़ी वारी क्या ते जींदा वा ना अजे तक ते कही जा हालेलुया। एक दिन प्रभु के दास दसन दे पास लखविंदर बुखार किनू चढ़ता, जींदे नू कि मरे नू? मरे नू है। हाँ ढिड पीड़ कहते होंदी, सिर पीड़ कहते होंदी, मरे नू कुछ हुंदा? मरे नू भावें फड़ के तुसीं जुत्ती उहदे मूँह ते फेरी जाओ, उठ तां भी नहीं उठदा। सुख ते दुख ये सब कुछ जींदियां दे नाल है। आप एक गल दा ध्यान रखो हमेशा, जे वो नहीं ना हटदा, वो कौन भला? काले मूँह वाला है ऐ चलन वाला। जे वो नहीं हटदा ते आपां क्यों हटना? बोलो जोर से हालेलुया। जे वो नहीं हटदा ते आपां क्यों हटना? यह जी बड़ी दुआ की, वो बड़ी कीते जींदा वा करी जा। तुसीं दसो जद तक जींदे खाने नहीं आ, बंदा मंजे ते पै जांदा है, हिलन जुलण जोगा भी नहीं रहिंदा, तां भी उहदे मूँह च बुरकियां पाउंदे आ, उहदे मूँह च पानी पाउंदे आ, जूस लिया पाउंदे आ। वो कहंदा मैं नहीं खा, ले खा ले पी है। जद तक जींदे आ खाने भी आ, पीने भी आ, सब कुछ करते हैं।
इसे तरह जब तक आप जिउंदे जे प्रार्थना करनी कदे ना छड्डो, खुदा दियां आग्यावां नूं मनना कदे ना छड्डो। बोलो सारे हालेलुया। वचन कहता है जब तक आस है, की है? जब तक अपने पुत्र नूं ताड़, पर लिखिया ओदे नाश करन दे उत्ते अपना मन ना ला ली किते। कई ताड़दे इहो ਜਿਹੇ तरीके ना भी कईयां दे न्याणे जाके फाह फूह लैके मर जाते, कई घर छड्ड के भज जाते। नहीं, कलाम दे विच लिखिया ताड़ना किदां है। लिखिया अपने बच्चों नूं किहड़ी सिक्ख्या मत दो? प्रभु दी सिक्ख्या ते मत दे के की करो? उन्हां दी पालना पोषणा करो। हुण प्रभु दी सिक्ख्या मत कौन देगा? जिन्हों पता हो प्रभु दी सिक्ख्या की है। किड्डी बेस्ट गल इत्थे वचन दे विच लिखी है कि जिहड़े लोग सधियाई विच चलदे ने, जिहड़े लोग सधियाई विच चलदे ने, बोलो हालेलुया। परमेश्वर कहंदा मैं कोई भी चंगी वस्तु उन्हां तो नहीं रोकांगा। अज खुदा दी सेवा करन दे लई जो जो भी मटीरियल साडे कोल है ना, वो सब कुछ इत्थे ही मेरे पहला, अजे बड़ा कुछ वा इत्थे खुदा दे वास्ते मेरे इत्थे माइंड विच। बोलो हालेलुया। एकलगड्डे चर्च बन चुका है, उत्थे दी छत दी वारी है हुण। दुआवां जी याद रखना, वो भी मेरे इत्थे सी पहला। हुण जे तुहाडे इत्थे मन दे विच होऊगा कि फलाणे दी बुढ़ी सैट करनी आ, वो भी हो जाना, पर उहदा रिजल्ट की होना? बोलो है? बोलदे नहीं यार, तुसीं गुम ही हो गए जे। उहदा रिजल्ट की होना? भैणो तुसीं बोल पो, तुहानूं नहीं पता। उदा तो कई बड़े सियाने बनते हो, 10वें पिंड च कोई कांड होया होवे ते आ कहणगे, पास्टर नूं भी आके कहणगे पास्टर जी तुहानूं पता लगा? पास्टर आज तक च लगा? दस अज जिहड़े पास्टर मेरे वर्गे पास्टर जो इदां दा प्रचार करते ना, कई कहंदे पास्टर नहीं चंगा। मैं छाती ठोक के कहना कि जिहड़ा पास्टर पाप ते प्रचार नहीं करता, वो पास्टर ही नहीं है। बरकतां दी तुसीं गल करदे जे, जिहड़े लोग शैतानी चीज़ां नूं मनदे उन्हां कोल बरकतां नहीं हैगियां? तुसीं दसो। वो बोलदे नहीं यार। उन्हां दियां कोठियां नहीं हैगियां? उन्हां कोल गड्डियां नहीं हैगियां? ते जे पास्टर भी इहो गल बोली जाण, तुहानूं गड्डी मिल जू, तुहाडी कोठी पै जू, तुहाडे नियाणे बाहर चल जाणगे, ते आके खड़े हो के गवाही दिंदे आ साडा बच्चा ना बाहर नहीं जा पा रहा, तो बाहर चल गया। खुदा दा धन्नवाद। गया किदां? 2 नंबर च। ते उस च खुदा दा धन्नवाद कादा? वो 2 नंबर वाले दा धन्नवाद करो कि जिन्हां तुहाडा मुंडा घल्लिया बाहर। गल तां आ जे काम 1 नंबर च होया होवे ते सीधा सीधा होया होवे। देखो गोल्डी ने तुहाडे सामने खड़े होके गवाही दी, ये बाहरों भी हो के आ गया, जिंदगी यस्सू च आके मिली। जोर से बोलो हालेलुया। जिंदगी किहदे च आके मिली? कई बार आप सोचते हैं दुनिया दीयां वस्तां भी तो चाहिदियां वा, बिल्कुल चाहिदियां वा, कपड़े भी तो पाने आ, रोटी भी तो खानी आ, अच्छा घर भी होना चाहिए। परमेश्वर का भला की वादा है? कहंदा इन्ना दवांगा रखण दे लई। हालेलुया। लिखिया वचन च कि नहीं लिखिया? विश्वास करते जे इस गल ते? तो जे इस गल ते विश्वास करते तो इस गल ते भी विश्वास करना है कि उन्हां आशीषां नूं लैण दे लई मैं अपने विचों हर तरह का पाप बाहर कढना। पाप दे नाल कोई कॉम्प्रोमाइज नहीं, कोई नहीं। डरो मत चुपचाप खुदा की नजात के। खड़े रहने का मतलब भला की है? विश्वास विच खड़े रहना, प्रभु दे विच खड़े रहना। लिखिया इको परमेश्वर यहोवा आ जिन्हें पानियां नूं कट के विचों दी की बनाता? रस्ता बनाता। उनका नाम है खुदावंद यीशु मसीह। बोलो उन्हें पानियां नूं कट के विचों दी रस्ता तैयार कर दिता।
ਉਹ ਪਰਮੇਸ਼ਰ ਸਿੱਧਾ ਵਾ, ਉਹਨੇ ਕੋਈ ਦੇਖੋ दो काम सब तो जरूरी असी करने, बाइबल पढ़ो दुआ करो, बाइबल पढ़ो दुआ करो, बाइबल पढ़ो दुआ करो, जो ਉਹਦੇ ਵਿੱਚ ਲਿਖਿਆ ਉਹਨੂੰ ਮੰਨੋ, बस सीधी जी गल है। ਉਹਨੇ भी ਤੁਹਾਨੂੰ ਕੋਈ ਵਲਛਲ नहीं दसे फलानी टीसी ते जा ਉੱਥੇ जा के दीवा जगा गया 21 दिन ਉੱਥੇ रही एक टंग ते खड़ा हो के भगती करी ਜਾਂ रुख ना पुट, ਇਹੋ ਜਿਹੇ ਕੋਈ ਵਲਛਲ ਦੱਸਦਾ परमेश्वर ਸਾਨੂੰ? बोलो कोई बंदिशा नहीं तुहाडे उत्ते इहो जिहियां सीधियां सीधियां जो तुहानूं गल्लां दसदा। कहंदा मैं यहोवा तेरा परमेश्वर अणख वाला परमेश्वर वां, जे तू मेरे हुक्मां नूं मन्नेगा तेरी तीजी चौथी पीढ़ी तक मैं खुदा कहंदा ब्लैसिंग घल्लांगा। पर ओहदे उल्ट खुदा कहंदा जे तू नहीं मन्नेगा तो ओहो ही ब्लैसिंग जिहड़ी आ सराप दे विच कन्वर्ट हो जाएगी ते तीजी चौथी पीढ़ी तक जाएगी। पर आपां देखदे हां अगली पीढ़ी जदों सुधर जाती है तो सराप भी कट्टिया जाता है। हाथ उठा के बोलो हालेलुया हालेलुया। हरप्रीत सिंह किथे आ? आई मड़ जा इत्थे आई मेरे लागे आई। सराप टुटदे आ, असी उस परमेश्वर की सेवा खिदमत करते हैं जिस परमेश्वर ने साडे डैडी गीत बोल देंगे, जिस जो परमेश्वर ना लिखिया बदल दिंदा है। मेरा मालिक शाफी दो जग दा लिखियां तकदीरां मोड़ दवे। हालेलुया। हरप्रीत किन्ने सालां दा हो गया? 35 साल दा। अच्छा किन्ने सालां च कहंदे तू मर जाना? 18 सालां च। हैं बंदा वेख लो वेखण नूं सुकाया लगदा जिद्दां काम 10 बंदे जिन्ना कल्ला करदा जी। ये ना उदों एक कुआरा सी ते इहदा 18वां जन्मदिन आउण वाला सी। तो ਇਹਦੀ ਮਾਂ ਕਿੱਥੇ ਮੜ ਜਾ ਹੱਥ ਹਿਲਾ ਦੇ ਵੀ ਹਾਂ। ਤੋ ਇਹਦੀ ਸਕੀ ਭੂਆ ਇੱਥੇ ਮੰਡਿਆਲੇ ਦੇ ਵਿੱਚ ਚਲੀ ਗਈ ਹੁਣ ਇਸ ਦੁਨੀਆ ਤੋਂ। ਇਹਦੇ ਘਰ ਆਏ ਆ ਕੇ ਤੇ ਹੌਲੀ ਹੌਲੀ ਪੁੱਛਣ ਹਰਪ੍ਰੀਤ ਕਿੰਨੇ ਸਾਲਾਂ ਦਾ ਹੋ ਗਿਆ। ਕਹਿੰਦੇ ਹੀ ਇਹ ਬਾਬਿਆਂ ਦੇ ਵਾਕ ਵਾ ਵੀ ਜਦੋਂ ਇਹਨੇ 18 ਸਾਲਾਂ ਦਾ ਹੋ ਜਾਣਾ ਤੇ ਇਹਨੇ ਮਰ ਜਾਣਾ। ਤੇ ਬਾਬਿਆਂ ਦੇ ਵਾਕ ਪਤਾ ਕਦੋਂ ਸੀ? ਜਦੋਂ ਇਹਦੀ ਮਾਂ ਬਾਬਿਆਂ ਦੀ ਜਾ ਕੇ ਪੂਜਾ ਪਾਠ ਕਰਦੀ ਸੀ। ਤੇ ਜਦੋਂ ਜ਼ਿੰਦਗੀ ਬਣ ਗਈ ਯਿਸੂ ਦੀ, ਕਿੰਨੇ ਸਾਲਾਂ ਦਾ ਹੋ ਗਿਆ ਪ੍ਰੀਤ? ਉੱਚੀ ਬੋਲੀ। 35 साल लग गया, 34 पूरे हो गए। हालेलुया। किन्ने भैन भरा मरे तेरे? 5 भरा 1 भैन इदा होए। ਜਦੋਂ ਖੁਦਾ ਵਿੱਚ ਨਹੀਂ ਸੀ ਆਪਾਂ, ਜਦੋਂ ਪ੍ਰਭੂ ਯਿਸੂ ਚ ਨਹੀਂ ਸੀ, ਇਹਦੇ 5 ਭਰਾ ਮਰੇ 1 ਭੈਣ ਮਰੀ। ਕਿੰਨੇ ਬੱਚੇ? 6 ਆ ਇੱਕੋ ਰਹਿ ਗਿਆ। ਤੇ ਫਿਰ ਇਹ ਯਿਸੂ ਮਸੀਹ ਵੱਲ ਤੁਰ ਪਈ। हालेलुया। कई ना एवं डरी जाते शैतान आके खंगूर आ जाए मार दू तो कई पेंट गिली हो जाती विच ही। डरो मत चुपचाप खुदा की नजात के। वो खड़े तो रहने नहीं आप प्रभु दे विच, सीधे चलो सीधे एकदम। मैं अज तुहानूं सिखा रहा कि सिधाई दे विच चलना। हालेलुया। सिधाई दे विच चलना। तुहाडा इक्को परमेश्वर है यीशु मसीह, होर कोई दूसरा नहीं। तो इहदी मां दसदी जदों उन्हां आके पुछया भी प्रीत किन्ने सालां दा हो गया, तो कहंदी मैनूं समझ आ गई। ये रोवे मेरे को, कहंदी पास्टर जी मेरे दिल नूं बड़ा घेर पैंदी। मैं चाची एवें रोई जानी आ? यीशु मसीह दे उत्ते विश्वास कर। बोलो हालेलुया। जोर से बोलो हालेलुया। रिजल्ट वा तुहाडे सामने। रिजल्ट किन्ने न्याणे? 3 बच्चे। इनू भी 2 इकट्ठे ही मिल गए। परमेश्वर के लिए कुछ भी मुश्किल नहीं जी। बैठो खुदा बरकत दे। परमेश्वर कहंदा किसी चंगी वस्तु नूं तुहाडे कोल आउण तो मैं रोकांगा नहीं, पर आपने भी खुदा दे राहां च अगे वधण तो बोलो रुकना। बोलो रुकना वधदे ही। हालेलुया। आपका मकसद पैसा नहीं होना चाहिए। आपका मकसद सोना चांदी गड्डियां कारां घर बाहर नहीं होना चाहिए। आपका मकसद यीशु मसीह होना चाहिए। तो सारा कुछ तो उहदे कोल है।
ਇੱਕ ਆਇਤ ਪੜਾਂਗੇ ਆਪਾਂ, ਇੱਥੇ ਵੀ ਹੱਥ ਰੱਖਿਓ। ਮੱਤੀ ਦੀ ਅੰਜੀਲ ਉਹਦਾ 6 ਅਧਿਆਏ ਉਹਦੀ 31 ਆਇਤ ਤੋਂ ਅਸੀਂ ਪੜਾਂਗੇ। ਮਾਈਕ ਦੇ ਵਿੱਚ ਪੜ੍ਹ ਦਿਓ। ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਭਾਈ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ। ਪਰਾਈਆਂ ਕੌਮਾਂ ਦੇ ਲੋਕ ਤਾਂ ਇਹਨਾਂ ਸਭਨਾ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਹਨਾਂ ਸਭਨਾ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ, ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਹਾਲੇਲੂਇਆ। ਸਾਰੀਆਂ ਵਸਤਾਂ ਕਿਹੜੀਆਂ? ਕੀ ਖਾਵਾਂਗੇ, ਕੀ ਪੀਵਾਂਗੇ, ਕੀ ਪਹਿਨਾਂਗੇ, ਕਿੱਥੇ ਰਵਾਂਗੇ, ਕੀ ਹੋਏਗਾ, ਉਹ ਸਾਰਾ ਕੁਝ ਪਰਮੇਸ਼ਰ ਸਭ ਕੁਝ ਦੇ ਦੇਗਾ। ਪਰ ਲਿਖਿਆ ਪਹਿਲਾਂ ਕਿਹਦੀ ਖੋਜ ਕਰੋ? ਉਹਦੇ ਰਾਜ ਦੀ, ਉਹਦੀ ਧਾਰਮਿਕਤਾ ਦੀ। ਪਰਮੇਸ਼ਰ ਦਾ ਕੋਈ ਧਰਮ ਨਹੀਂ ਜੇ। ਪਰਮੇਸ਼ਰ ਨੇ ਇਨਸਾਨ ਬਣਾਇਆ। ਇਨਸਾਨ ਨੇ ਕੀ ਬਣਾ ਲੇ? ਧਰਮ ਬਣਾ ਲੇ। ਬੰਦਾ ਉਹੀ ਆ ਜੇ ਦਾੜੀ ਲੰਮੀ ਰੱਖ ਲੇ, ਸਿਰ ਤੇ ਪੱਗ ਬੰਨ ਲੇ, ਉਹ ਸਿੱਖ ਵਾ। ਤੇ ਜੇ ਉਹ ਸਿਰ ਤੇ ਟੋਪੀ ਪਾ ਕੇ ਦਾੜੀ ਲੰਮੀ ਰੱਖ ਕੇ ਮੁੱਛ ਮੁੰਨ ਲੇ ਤੇ ਫਿਰ ਉਹ ਮੁਸਲਮਾਨ ਹੈ। ਤੇ ਜੇ ਸਾਰੀ ਟਿੰਡ ਐ ਮਰੁੰਡ ਕੇ ਇੱਥੇ ਬੋਦੀ ਰੱਖ ਲੇ ਫਿਰ ਉਹ ਬ੍ਰਾਹਮਣ ਹੈ। ਤੇ ਕ੍ਰਿਸਚਨਾਂ ਦਾ ਭੇਸ ਕੀ ਬਣਾਇਆ ਜਾਂਦਾ ਫਿਲਮਾਂ ਦੇ ਵਿੱਚ? ਫ੍ਰੈਂਚ ਕੱਟ ਰੱਖਿਆ ਤੇ ਗਲ 'ਚ ਸਲੀਪ ਪਾਈ, ਉਹ ਕ੍ਰਿਸਚਨ ਹੈ। ਅੱਜ ਇੱਕ ਗੱਲ ਸਾਰੇ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ। ਆਨਾ ਇੰਟਰਨੈਟ ਦੇ ਉੱਤੇ ਬੜਾ ਰੌਲਾ ਪਾਇਆ ਮਸੀਹ ਵਿਰੋਧੀ ਲੋਕਾਂ ਨੇ ਕਿ ਪੋਪ ਨੂੰ ਨਹੀਂ ਠੀਕ ਕਰਦੇ। ਅਸੀਂ ਨਹੀਂ ਪੋਪ ਨੂੰ ਮੰਨਦੇ ਹੈਗੇ, ਆਪਾਂ ਯਿਸੂ ਮਸੀਹ ਨੂੰ ਮੰਨਦੇ ਹਾਂ। ਹਾਲੇਲੂਇਆ। ਇਹ ਦੂਸਰੇ ਲੋਕ ਸਮਝਦੇ ਆ ਕਿ ਈਸਾਈਆਂ ਦਾ ਸਭ ਤੋਂ ਵੱਡਾ ਧਰਮ ਗੁਰੂ ਪੋਪ ਵਾ। ਮਸੀਹ ਲੋਕਾਂ ਦਾ ਇੱਕੋ ਹੀ ਗੁਰੂ ਆ, ਇੱਕੋ ਹੀ ਪ੍ਰਭੂ ਹੈ, ਇੱਕੋ ਹੀ ਪਰਮੇਸ਼ਰ ਵਾ, ਤੇ ਉਹਦਾ ਨਾਮ ਹੈ ਪ੍ਰਭੂ ਯਿਸੂ ਮਸੀਹ। ਬੋਲੋ ਸਾਰੇ ਹਾਲੇਲੂਇਆ। ਤੇ ਬਾਈਬਲ ਨਹੀਂ ਸਿਖਾਉਂਦੀ ਮੂਰਤੀਆਂ ਦੀ ਪੂਜਾ ਕਰਨੀ। ਜਿਹੜੇ ਲੋਕ ਮਰੀਮ ਦੀ ਮੂਰਤੀ ਬਣਾ ਕੇ ਪੂਜਾ ਕਰਦੇ ਆ, ਯਿਸੂ ਮਸੀਹ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਦੇ ਆ, ਉਹ ਪਾਪ ਦੇ ਵਿੱਚ ਨੇ, ਚਾਹੇ ਉਹ ਜਿਹੜਾ ਮਰਜ਼ੀ ਫੰਨੇ ਖਾਂ ਹੋਵੇ। ਮੈਂ ਹੁਣ ਵੀ ਕਹਿਣ ਦੇ ਨਾ, ਮੈਂ ਕਿਸੇ ਦੇ ਮੂੰਹ ਤੇ ਵੀ ਕਹਿ ਸਕਦਾ, ਮੈਨੂੰ ਡਰ ਨਹੀਂ ਹੈਗਾ ਇਹ ਗੱਲ ਦਾ। ਬੋਲੋ ਹਾਲੇਲੂਇਆ। ਕਿਉਂਕਿ ਮੈਂ ਵੀ ਸੰਤ ਪਲੂਸ ਦੀ ਤਰ੍ਹਾਂ ਕਹਿੰਦਾ ਕਿ ਮੈਂ ਇਸ ਵਚਨ ਤੋਂ ਸ਼ਰਮਾਉਂਦਾ ਨਹੀਂ। ਆਪ ਸਿੱਧੇ ਬਣੋ। ਸਿੱਧਾ ਜਦੋਂ ਖੁਦਾ ਨੇ ਰਿਸ਼ਤਾ, ਉਹ ਕਹਿੰਦਾ ਤੁਸੀਂ ਸਿੱਧੇ ਮੈਨੂੰ ਪੁਕਾਰੋ। ਇੱਕ ਅੱਛਾ ਪਾਸਟਰ ਆਪ ਨੂੰ ਕੀ ਸਿਖਾਲੇਗਾ? ਆਪ ਪਰਮੇਸ਼ਰ ਤੇ ਡਿਪੈਂਡ ਹੋ, ਮੇਰੇ ਤੇ ਨਹੀਂ। ਆਪ ਨੂੰ ਕੋਈ ਪ੍ਰੋਬਲਮ ਪੈ ਗਈ, ਚੁੱਕ ਪਾਸਟਰ ਨੂੰ ਫੋਨ ਲਾਤਾ ਹੈ। ਕੋਈ ਪਰੇਸ਼ਾਨੀ ਆ ਗਈ, ਚੁੱਕ ਪਾਸਟਰ ਨੂੰ ਫੋਨ ਲਾਤਾ। ਆਪ ਪਰਮੇਸ਼ਰ ਨਾਲ ਸੰਬੰਧ ਸਥਾਪਿਤ ਕਰਨਾ ਕਿੱਦਣ ਸਿੱਖੋਗੇ? ਉਹ ਆਪ ਦੀ ਹਰੇਕ ਦੀ ਸੁਣਦਾ ਹੈ। ਬੋਲੋ ਹਾਲੇਲੂਇਆ। ਆਪ ਚੋਂ ਹਰੇਕ ਦੀ ਸੁਣਦਾ। ਧਿਆਨ ਨਾਲ ਸੁਣੋ ਮੇਰੀ। ਆਪ ਜਿੰਨੇ ਵੀ ਇੱਥੇ ਬੈਠੇ ਜੇ, ਉਹ ਕਿਸੇ ਨਾਲ ਪੱਖਪਾਤ ਨਹੀਂ ਜੇ ਕਰਦਾ। ਆਪ ਘੁਟਨੇ ਟੇਕੋ ਉਹਦੇ ਅੱਗੇ, ਉਹਨੂੰ ਪੁਕਾਰੋ, ਉਹ ਆਪ ਦੀ ਸੁਣਦਾ ਆ। ਬੋਲੋ ਹਾਲੇਲੂਇਆ। ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦੋ ਕਿ ਮੈਂ ਪਾਸਟਰ ਨੂੰ ਫੋਨ ਲਾਵਾਂਗਾ, ਪਾਸਟਰ ਯਿਸੂ ਮਸੀਹ ਨੂੰ ਕਹੇਗਾ ਤੇ ਯਿਸੂ ਮਸੀਹ ਫਿਰ ਪਾਸਟਰ ਨੂੰ ਦੱਸੂਗਾ ਤੇ ਪਾਸਟਰ ਫਿਰ ਮੈਨੂੰ ਦੱਸੂਗਾ। ਇਹ ਤੇ ਫੇਰ ਉਹੀ 12 ਟੀਨੀ ਵਾਲਾ ਹਿਸਾਬ ਕਿਤਾਬ ਹੋ ਗਿਆ। ਆਪ ਆਪਣੇ ਆਪ ਨੂੰ ਸਮਝੋ ਕਿ ਮੈਂ ਪਰਮੇਸ਼ਰ ਦਾ ਬੇਟਾ ਹਾਂ, ਮੈਂ ਪਰਮੇਸ਼ਰ ਦੀ ਬੇਟੀ ਹਾਂ। ਹਾਲੇਲੂਇਆ। ਤੁਸੀਂ ਦੱਸੋ, ਜਦੋਂ ਤੁਹਾਡਾ ਬੱਚਾ ਬਿਲਕੁਲ ਛੋਟਾ ਹੁੰਦਾ, ਤੁਸੀਂ ਉਹਨੂੰ ਉਂਗਲੀ ਫੜ ਕੇ ਚਲਾਉਂਦੇ ਜੇ, ਹਨਾ? ਪਹਿਲੇ ਸਮਿਆਂ ਦੇ ਵਿੱਚ ਗਢੀਰਾ ਹੁੰਦਾ ਸੀ, ਅੱਜ ਕੱਲ ਵਾਕਰ ਆ ਗਏ। ਤੇ ਮੈਂ ਕਹਿੰਦਾ ਪੁੱਠਾ ਕੰਮ। ਵਾਕਰ ਜਿਹੜਾ ਉਹ ਤੇ ਬਿਮਾਰਾਂ ਲਈ ਹੁੰਦਾ ਹੈ। ਉਹ ਪਹਿਲਾਂ ਵਧੀਆ ਸੀ, ਗਢੀਰਾ ਹੁੰਦਾ ਸੀ ਲੱਕੜ ਦਾ, ਤੇ ਉਹ ਫੜ ਕੇ ਨਿਆਣਾ ਤੁਰਦਾ ਹੁੰਦਾ ਹੈ। ਤੇ ਹੁਣ ਨਿਆਣਿਆਂ ਲਈ ਕੀ ਬਣਾਤੇ? ਵਾਕਰ। ਉਹਦੇ ਵਿੱਚ ਨਿਆਣੇ ਨੂੰ ਐ ਪਾ ਦਿੰਦੇ, ਹੁਣ ਰੇੜ ਕੇ ਕਦੀ ਐ ਨੂੰ ਚੱਲ ਜਾਂਦਾ, ਕਦੀ ਐ ਨੂੰ ਚੱਲ ਜਾਂਦਾ। ਤੇ ਤੁਸੀਂ ਮੈਨੂੰ ਦੱਸੋ, ਜਦੋਂ 10 ਸਾਲਾਂ ਦਾ ਹੋ ਜਾਂਦਾ ਉਦੋਂ ਵੀ ਵਾਕਰ 'ਚ ਬਹਿੰਦਾ ਹੋ? ਹਾਂਜੀ। ਕਈ 10 ਸਾਲ ਪੁਰਾਣੇ ਮਸੀਹਤ ਅਜੇ ਵੀ ਵਾਕਰ 'ਚ ਬਹਿੰਦੇ ਆ। ਉਹ ਯਾਰ ਸਿੱਧਾ ਖੁਦਾ ਨਾਲ ਸੰਬੰਧ ਸਥਾਪਿਤ ਕਰੋ। ਜਿੱਦਾਂ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਹੈ, ਆਪਣੇ ਆਪ ਤੁਰਨਾ ਸਿੱਖ ਜਾਂਦਾ ਹੈ, ਖਾਣਾ ਪੀਣਾ ਸਿੱਖ ਜਾਂਦਾ ਹੈ। ਕ੍ਰਿਸਟੋਫਰ ਸਾਡਾ ਵੱਡਾ ਹੋ ਗਿਆ, ਮੇਰੇ ਇੱਥੇ ਆਉਣ ਡਿਆ ਪਿਆ। ਉਹਨੂੰ ਕਈ ਵਾਰੀ ਮੈਂ ਨਵਾਲਦਾ ਸੀ, ਕਈ ਵਾਰੀ ਉਹਦੀ ਮਾਂ ਨਵਾਲਦੀ ਸੀ। ਹੁਣ ਉਹ ਬਾਥਰੂਮ 'ਚ ਵੜ ਜਾਂਦਾ ਤੇ ਸਾਨੂੰ ਕਹਿੰਦਾ ਬਾਹਰ ਰਹੋ, ਬਾਹਰ ਮੈਨੂੰ ਸ਼ਰਮ ਹੁੰਦੀ ਹੈ, ਕਿਉਂਕਿ ਹੁਣ ਵੱਡਾ ਹੋ ਗਿਆ। ਤੁਸੀਂ ਤੇ ਮੈਂ ਹੀ ਸਾਰੇ, ਸਾਨੂੰ ਸਾਡੀਆਂ ਮਾਵਾਂ ਸਾਡੇ ਪਿਓ ਹੀ ਨਵਾਲਦੇ ਰਹੇ, ਪਰ ਜਦੋਂ ਵੱਡੇ ਹੋ ਜਾਈਦਾ ਫਿਰ ਕਹਿੰਦਾ ਹੀ ਆਪੇ ਹੀ ਨਹਾ ਲੈਣਾ।
ਪਤਾ ਨਹੀਂ ਤੁਹਾਡੇ ਚੋਂ ਕਈਆਂ ਨੇ ਕਿਦਨ ਕਹਿਣਾ ਸੀ ਆਪੇ ਹੀ ਦੁਆ ਕਰ ਲੈਣੀ ਹੈ ਪਾਸਟਰ ਜੀ ਦੁਆ ਕਰਿਓ ਕੰਨ 'ਚ ਮੱਛਰ ਵੜ ਗਿਆ, ਉਹਦੇ ਲਈ ਦੁਆ ਥੋੜਾ ਕਰਨੀ, ਕੰਨ ਸਾਫ਼ ਕਰੋ ਉਹਦੇ ਲਈ ਫੜ ਕੇ। ਦੁਆ ਵੀ ਕਈਆਂ ਨੇ ਨਾ ਚੀਜੀ ਬਣਾ ਲਈ ਆ, ਹੈ ਨਿਆਣਾ ਰੋਣ ਲੱਗਾ ਚੀਜੀ, ਨਿਆਣਾ ਰੋਣ ਲੱਗਾ ਚੀਜੀ, ਨਿਆਣਾ ਰੋਣ ਲੱਗਾ ਚੀਜੀ। ਇਹਦੇ 'ਚ ਨਾ ਜਿੱਦਾਂ ਸ਼ੈਤਾਨ ਲਈ ਲੋਲੀਪੌਪ ਬਣਾਇਆ ਵਾ, ਹੈ ਵੀ ਜਿੱਦਾਂ ਨਿਆਣਾ ਰੋਣ ਲੱਗਦਾ ਤੇ ਮੂੰਹ 'ਚ ਚੂਪਾ ਦੇ ਦਿੰਦੇ ਆ, ਤੇ ਇਦਾਂ ਹੀ ਸ਼ੈਤਾਨ ਤੰਗ ਕਰ ਲੱਗਾ ਤੇ ਉਹਦੇ ਮੂੰਹ 'ਚ ਕੀ ਦੇ ਦਿਓ? ਚੂਪਾ। ਕਾਹਦਾ? ਦਵਾ ਦਾ। ਇੱਕ ਵਾਰੀ ਇੱਕ ਭਾਈ ਸਾਡੇ ਨੇ ਮੈਨੂੰ ਫੋਨ ਕੀਤਾ, ਕਹਿੰਦਾ ਪਾਸਟਰ ਜੀ ਸ਼ੈਤਾਨ ਬੜਾ ਤੰਗ ਕਰਦਾ, ਮਾਰਿਓ ਜਰਾ ਦਬਕਾ। ਤੇ ਮੈਂ ਵੀ ਤੈਨੂੰ ਕੀ ਗੱਲ, ਤੇਰੇ ਕੋਲ ਨਹੀਂ ਵੱਜਦਾ? ਕਹਿੰਦਾ ਨਾ, ਮੁੜ ਕੇ ਢਾਲੂ ਆ ਕਿਤੇ। ਆਪ ਪਰਮੇਸ਼ਰ ਦੇ ਰਾਜ ਵੱਲ, ਉਹਦੀ ਧਾਰਮਿਕਤਾ ਵੱਲ ਧਿਆਨ ਕਰੋ। ਉਹਦੀ ਧਾਰਮਿਕਤਾ ਕੀ ਆ? ਪਰਮੇਸ਼ਰ ਦਾ ਧਰਮ ਪਤਾ ਕੀ ਹੈ? ਉਹਦੀਆਂ ਆਗਿਆਵਾਂ ਨੂੰ ਮੰਨਣਾ। ਉਹਦੀਆਂ ਆਗਿਆਵਾਂ ਕੀ ਨੇ? ਇਹਦੇ ਲਈ ਸਾਨੂੰ ਬਾਈਬਲ ਨੂੰ ਪੜ੍ਹਨਾ ਪੈਣਾ। ਔਰ ਜਦੋਂ ਅਸੀਂ ਬਾਈਬਲ ਨੂੰ ਪੜਾਂਗੇ, ਆ ਦੇਖੋ ਕਈਆਂ ਦੀ ਮੈਂ ਬਾਈਬਲ ਦੇਖਿਆ 2-2 ਸਾਲ ਹੋ ਗਏ ਆ, ਉਹ ਬਿਲਕੁਲ ਐ ਫਰੈਸ਼ ਹਾਲਤ ਵਿੱਚ ਜਿੱਦਾਂ ਹੁਣੇ ਖਰੀਦੀ ਹੁੰਦੀ। ਤੁਹਾਡੇ ਚੋਂ ਕੋਈ ਜਣਾ ਵੀ ਮੇਰੀ ਬਾਈਬਲ ਚੈੱਕ ਕਰ ਸਕਦਾ, ਇੱਕ ਵਰਕਾ ਨਹੀਂ ਲੱਭੇਗਾ ਤੁਹਾਨੂੰ ਇਹੋ ਜਿਹਾ ਜਿਹਦੇ ਉੱਤੇ ਮੈਂ ਕੁਝ ਨਿਸ਼ਾਨੀ ਨਹੀਂ ਲਾਈ ਹੋਈ। ਇਹਨੂੰ ਪੜ੍ਹਨਾ ਵਾ ਹਰ ਰੋਜ਼, ਫਿਰ ਕੁਝ ਹਾਸਲ ਹੋਏਗਾ। ਹਾਲੇਲੂਇਆ। ਹਰ ਰੋਜ਼ ਪ੍ਰਾਰਥਨਾ ਕਰਨੀ ਹੈ। ਲਿਖਿਆ ਜਿਹੜੇ ਸਿੱਧੇ ਚੱਲਦੇ ਨੇ, ਕੀ ਕਹਿੰਦਾ ਪਰਮੇਸ਼ਰ? ਕੋਈ ਚੰਗੀ ਵਸਤੂ ਨੂੰ ਨਾ ਤਾਂ ਰੋਕਾਂਗਾ। ਇੱਥੇ ਮੱਤੀ ਦੀ ਅੰਜੀਲ ਜਿਹੜੀ ਆਇਤ ਬੜੀ, ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਰਾਜ ਤੇ ਮੇਰੇ ਧਰਮ ਦੇ ਖੋਜੀ ਬਣੋ। ਧਰਮ ਖੁਦਾ ਦੀਆਂ ਆਗਿਆਵਾਂ ਵਾ। ਈਸਾਈ ਕੋਈ ਧਰਮ ਨਹੀਂ ਆ। ਤੁਹਾਨੂੰ ਪਤਾ ਜਿੰਨੇ ਲੋਕ ਯਿਸੂ ਮਸੀਹ ਦੇ ਪ੍ਰਚਾਰ ਦਾ ਵਿਰੋਧ ਕਰਦੇ ਆ, ਉਹ ਕੀ ਕਹਿੰਦੇ ਆ ਭਲਾ? ਕਹਿੰਦੇ ਆ ਇਹ ਤੇ ਅੰਗਰੇਜ਼ਾਂ ਦਾ ਧਰਮ ਹੈ। ਇੱਥੋਂ ਪਤਾ ਲੱਗਦਾ ਕਿ ਉਹ ਕਿੰਨੇ ਕੁ ਪੜ੍ਹੇ ਲਿਖੇ ਨੇ। ਮਤਲਬ ਜਿਹੜੇ ਲੋਕ ਯਿਸੂ ਮਸੀਹ ਨੂੰ ਮੰਨਦੇ ਉਹਨਾਂ ਨੂੰ ਕਹਿੰਦੇ ਆ ਇਹ ਅਨਪੜ੍ਹ ਵਾ ਤੇ ਬੇਵਕੂਫ ਹੈ, ਇਹ ਤਾਂ ਯਿਸੂ ਮਸੀਹ ਨੂੰ ਮੰਨਦੇ ਆ। ਅੱਛਾ ਸੁਣੋ, ਅੱਛਾ ਤੇ ਜੇ ਤੁਸੀਂ ਪੜ੍ਹੇ ਲਿਖੇ ਜੇ ਤੇ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ ਹੈਗਾ। ਬੋਲੋ, ਆਪ ਨੂੰ ਕੱਲੇ ਨੂੰ ਯਿਸੂ ਮਸੀਹ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਮੈਂ ਤੇ ਕਈ ਇਹੋ ਜਿਹੇ ਮਸੀਹ ਲੋਕਾਂ ਨੂੰ ਮਿਲਿਆ, ਉਹਨਾਂ ਨੂੰ ਪੁੱਛੂੰਗਾ ਤੁਹਾਡੇ ਪਾਸਟਰ ਦਾ ਕੀ ਨਾਮ? ਸਾਰੇ ਜੀ ਇੱਕ ਦੂਜੇ ਵੱਲ ਮੂੰਹ ਕਰਕੇ ਕਹਿਣਗੇ ਕੀ ਨਾਮ? ਅੱਛਾ ਆਪਣੇ ਪਾਸਟਰ ਦਾ ਨੰਬਰ ਦਿਓ। ਨੰਬਰ ਹੈਗਾ ਇੱਕ ਦੂਜੇ ਨੂੰ ਕਹਿਣਗੇ। ਅਜੀਜੋ ਧਿਆਨ ਦੇ ਨਾਲ ਸੁਣੋ, ਜ਼ਿੰਦਗੀ ਚੋਂ ਵਲ ਛਲ ਕੱਢਣੇ ਪੈਣੇ। ਜਿੱਥੇ ਮਰਜ਼ੀ ਚਲੇ ਜਾਓ, ਭਾਵੇਂ ਯਿਸੂ ਮਸੀਹ ਨੂੰ ਮੰਨਣ ਡੈ ਪਓ, ਸਿੱਧੇ ਬਣਨਾ ਪੈਣਾ ਤੁਹਾਨੂੰ। ਸਿੱਧੇ, ਬਿਲਕੁਲ ਸਿੱਧੇ। ਅੱਜ ਸਭ ਤੋਂ ਜ਼ਿਆਦਾ ਝੂਠ ਇਨਸਾਨ ਮੋਬਾਈਲ ਤੇ ਮਾਰਦਾ ਹੈ। ਕਿੱਥੇ ਆ ਗਏ? ਬਸ ਆ ਗਏ ਪਹੁੰਚਣ ਵਾਲੇ। ਕਿੱਥੇ ਪਹੁੰਚੇ? ਹਾਂ ਬਸ ਘਰੋਂ ਬਾਹਰ ਨਿਕਲ ਕੇ ਵੇਖੋ ਤੁਸੀਂ। ਅਜੀਜੋ ਇੱਕ ਗੱਲ ਯਾਦ ਰੱਖਣਾ ਹਮੇਸ਼ਾ, ਜਦ ਤੱਕ ਸਧਿਆਈ ਨਹੀਂ ਸਾਡੇ ਅੰਦਰ ਐਂਟਰ ਕਰਦੀ, ਹਾਲੇਲੂਇਆ, ਆਪ ਪਰਮੇਸ਼ਰ ਦੇ ਕੋਲੋਂ ਬਰਕਤ ਨਹੀਂ ਪਾ ਸਕਦੇ। ਦੂਸਰਾ, ਜਦ ਤੱਕ ਆਪ ਖੁਦਾ ਦੀਆਂ ਆਗਿਆਵਾਂ ਵਿੱਚ ਨਹੀਂ ਚੱਲਦੇ, ਆਪ ਸਿੱਧੇ ਨਹੀਂ ਬਣ ਸਕਦੇ। ਸਿੱਧੇ ਆਪ ਉਦੋਂ ਬਣੋਗੇ ਜਦੋਂ ਪਰਮੇਸ਼ਰ ਦੇ ਨਾਲ ਤੁਸੀਂ ਪਿਆਰ ਪਾਲੋਗੇ। ਉਸੇ ਜ਼ਬੂਰ ਨੰਬਰ 84 ਦੇ ਵਿੱਚ ਆਈਏ, ਉਹਦੀ ਪਹਿਲੀ ਐਤ ਹੈ, ਹੇ ਸੈਨਾ ਦੇ
ਯਹੋਵਾ ਤੇਰੇ ਡੇਰੇ ਕਿਹੇ ਪ੍ਰੇਮ ਰਤੇ ਹਨ। ਕਿੱਦਾਂ ਦੇ ਕਹਿੰਦਾ ਪਰਮੇਸ਼ਰ ਤੇਰੇ ਡੇਰੇ ਪ੍ਰੇਮ ਰਤੇ, ਯਾਨੀ ਕਿ ਤੇਰੇ ਡੇਰੇ 'ਚ ਤੇਰੀ ਹਜ਼ੂਰੀ ਦੇ ਵਿੱਚ ਆ ਕੇ ਤੇਰੀ ਮੁਹੱਬਤ ਦਾ ਅਹਿਸਾਸ ਹੁੰਦਾ ਮੈਨੂੰ। ਔਰ ਜਦੋਂ ਅਸੀਂ ਪਰਮੇਸ਼ਰ ਦੀ ਮੁਹੱਬਤ ਨੂੰ ਜਾਣ ਲੈਨੇ ਆ, ਪਹਿਚਾਣ ਲੈਨੇ ਆ, ਹਾਲੇਲੂਇਆ, ਫਿਰ ਜਿਹੜੀ ਗੱਲ 2 ਐਚ 'ਚ ਲਿਖੀ ਆ, ਕਹਿੰਦਾ ਮੇਰਾ ਜੀ ਯਹੋਵਾ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ। ਇੱਕ ਪਿਆਸ ਹੋਣੀ ਚਾਹੀਦੀ ਹੈ। ਦੇਖੋ ਇੱਕ ਸ਼ਰਾਬੀ ਕਿਹਨੂੰ ਕਿਹਾ ਜਾਂਦਾ, ਉਹ ਇੰਨੀ ਸ਼ਰਾਬ ਪੀਂਦਾ, ਇੰਨੀ ਸ਼ਰਾਬ ਪੀਂਦਾ, ਉਹਦਾ ਇੰਨਾ ਆਦੀ ਹੋ ਜਾਂਦਾ ਕਿ ਜਦੋਂ ਉਹਨੂੰ ਨਹੀਂ ਮਿਲਦਾ ਤੇ ਫਿਰ ਉਹਦੇ ਲਈ ਉਹ ਤਰਸਦਾ ਹੈ। ਆਪ ਨੂੰ ਯਿਸੂ ਦੇ ਨਾਮ ਦਾ ਇੰਨਾ ਨਸ਼ਾ ਹੋਣਾ ਚਾਹੀਦਾ ਹੈ ਕਿ ਆਪ ਤਰਸੋ ਯਿਸੂ ਮਸੀਹ ਲਈ, ਜਿੱਦਾਂ ਇੱਕ ਅਮਲੀ ਤਰਸਦਾ ਹੈ। ਹਾਲੇਲੂਇਆ। ਇੱਕ ਮੋਬਾਈਲ ਨੰਬਰ ਨੋਟ ਕਰ ਲਓ ਸਾਰੇ ਆਪਣੀ ਬਾਈਬਲ ਦੇ ਉੱਤੇ, 98 883 21599। ਹਾਲੇਲੂਇਆ। 98 883 21599। ਇਹ ਚਰਚ ਦਾ ਪ੍ਰਾਰਥਨਾ ਵਾਲਾ ਨੰਬਰ ਹੈ। ਅੱਜ ਤੋਂ ਬਾਅਦ ਤੁਸੀਂ ਜਦੋਂ ਵੀ ਕਿਸੇ ਨੇ ਦੁਆ ਕਰਾਉਣੀ ਆ, ਆਪਨੇ ਇਸ ਨੰਬਰ ਤੇ ਕੰਟੈਕਟ ਕਰਨਾ ਹੈ ਪ੍ਰਾਰਥਨਾ ਕਰਾਉਣ ਦੇ ਲਈ। ਹਾਲੇਲੂਇਆ। ਮੈਂ ਨਹੀਂ ਤੁਹਾਡੇ ਲਈ ਦੁਆ ਕਰਾਂਗਾ, ਦੁਆ ਕਰਨ ਵਾਲੇ ਰੱਖਣੇ ਆਪਾਂ ਇੱਥੇ ਹੁਣ। ਹਾਲੇਲੂਇਆ। ਉਸ ਤੋਂ ਇਲਾਵਾ ਵੀ ਜੇ ਤੁਸੀਂ ਮੈਨੂੰ ਫੋਨ ਲਾਓਗੇ ਦੁਆ ਕਰਨ ਲਈ, ਮੈਂ ਤੁਹਾਨੂੰ ਫੇਰ ਕਹੂੰਗਾ ਕਿ ਤੁਹਾਨੂੰ ਨੰਬਰ ਦਿੱਤਾ, ਉਸ ਨੰਬਰ ਤੇ ਫੋਨ ਲਾਓ। समझ आ गई गल। अगर किसी को नहीं नोट किया गया, आप जाके YouTube ते वीडियो देखना, थले नंबर चल रहा है 98 883, इंग्लिश च भी दस देना 9888 321 599 98 883 21599। किसी को प्रार्थना नहीं नंबर देना तो आपने यो नंबर देना है। हालेलुया। कोई सलाह लैनी आपने, फिर तुसी मेरे नंबर ते मैनू कॉल कर सकते जी। प्रार्थना करानी तो तुसी इस नंबर ते कॉल करनी। हालेलुया, हालेलुया। और जिहड़े साडे वलंटीयर ने, जिहड़े साडे सेवादार ने, बस कुछ दिनों दे विच आप सारे दी एक एक घंटा ड्यूटी लगेगी इत्थे चर्च दे विच प्रार्थना करन दे लई। परमेश्वर आपको ऐसा फड़ेगा, आपको बरकत दे के ही छड़ेगा। हालेलुया। ते जिहड़े विंगे सीधे नहीं ना होना चाहते, जां ते सीधे हो जाणगे ते जां फिर उन्हां नूं इह सेवकाई नूं छड्ड के भज्जना पैना, होर कोई चर्च लभना पैना। कई न्याणे इदां ही करदे ने, जिहड़े स्कूल च सख्ताई हुंदी ते जिहड़े पढ़ना नहीं ना चाहते, माँ प्यो नूं कहना फलाणे स्कूले पा दो, फलाणे स्कूले पा दो। क्यों भला? उत्थे सख्ताई बड़ी है। प्रार्थना हालातां नूं बदल दिंदी है। हालेलुया, हालेलुया। प्रार्थना करनी सीखो, परमेश्वर दे नाल प्यार करना सीखो। सुनो, यूहन्ना 3:16 च की लिखिया? परमेश्वर ने सारे जगत दे नाल की कीता? प्यार कीता। ते प्यार नूं उन्हें साबित कीता किदां? अपने शरीर दी कुर्बानी दे के। बोलो हालेलुया। असीं भी कहने प्रभु असीं तैनूं प्यार करदे, ते उहदे प्यार दा सबूत की दिंदे आ? है ऐतवार चर्च च बंदगी चलन दी आ ते असीं के दोस्त दे विआह च जाके भंगड़ा पाउण दे। ये प्यार है? ये प्यार नहीं है, ये तुसी झूठ बोलदे जी। यसू मसीह कहंदा जिहड़ा मैनूं प्यार करदा है वो मेरियां आग्यां नूं भी मन्नेगा। हाथ उठा के बोलो हालेलुया। जिहड़ा मैनूं मुहब्बत करदा मेरियां आग्यां नूं भी मन्नेगा। एक गल ध्यान दे नाल सुणीए। पिछले संडे मैं मैसेज दिता सी कि अपने पास्टर दे हैल्पर बनना। प्रार्थना के द्वारा जिदा हुण कल परसों 2 दिन पहला भी साडे चर्च के भैन भरावां ने बहुत सहयोग दिता।
पैसे के द्वारा, अपने शरीर के द्वारा, अपने टैलेंट के द्वारा। तो परसों भी तो कल भी बहुत जोर लाया सारे ने। हुण जे सारा कुछ इकल्ला पास्टर नूं करना पवे तो नहीं कर सकता। परमेश्वर आप नूं परमेश्वर ने खड़ा कर दिता अपने पास्टर दे नाल। इहनूं बड़े माण दी गल समझो। हालेलुया। इहनूं बड़े माण दी गल समझो कि खुदा ने मैनूं सेवा करन दा मौका दिता है। ते पंजाबी च कहावत है, खाओ सेवा ते मिलूगा। मेवे का अर्थ समझते जे? मेवा बहुत महंगा होंदा जी। तुसीं दुकान तो जाके 5 रुपये का मेवा नहीं मंग सकते, 10 का नहीं मंग सकते जे तुसीं सियाणे जे समझदार जे। ये शर्म की गल है। सुनो, अगर खुदा ने आप नूं खड़ा कर दिता है सेवा करने दे लई, चर्च दे विच, मिनिस्ट्री दे विच, किसी भी तरह की सेवा करने दे लई, हुण अपने विचों वल छल कड्डो। सब तो पहला सीधे हो जाओ। हालेलुया, हालेलुया। की हो जाओ? कई कह देंगे ना, लंगर ही खा लिया फिर क्या होया? कुछ नहीं होया, तू वेट कर। जी लंगर खा लिया प्रशाद, फिर की होया? फिर की होया? फलाना काम कर लिया, फिर की होया? फलाना पाप करता, फिर की होया? अजे तो कुछ नहीं होया, वेट कर। तू वेट कर, क्योंकि साडा परमेश्वर एक धीरजवान परमेश्वर है। लिखा छेती नाल गुस्से च नहीं आउंदा। इदां लिखा ना, वो गुस्से विच की आ? धीरजवान है। वो छेती नाल गुस्से च नहीं आउंदा। आप परमेश्वर नूं परखो मत। लै मैं तो पैग ला लिया, पास्टर कहंदा ही ऐ हो जाना। लै मैं तो इदा विआह करा लिया, पास्टर कहंदा ही ऐ हो जाना। तू सबर कर, तू धीरज कर, तू वेख ते सही हुंदा की आ। सब कुछ हुंदा जो कलाम च लिखिया। ते एक गल सुन ला, जे ते तू नीवा हो के माफी मंग लेगा तो तेनू की कर देगा? माफ कर देगा। पर जे तू आकड़ के इदा कहेगा ना, लै पास्टर तो कहंदा ही इदा हो जाना, तू सगों चैलेंज कर रहा परमेश्वर नूं, तू चैलेंज कर रहा खुदा नूं, ते अपनी सजा नूं दुगनी कर रहा, दुगनी कर रहा अपनी सजा नूं। लिखिया जे परमेश्वर तेनू कुछ कह नहीं रहा तो लिखिया ओदे धीरज नूं माफी ना समझ बैठ। हालेलुया। की ना समझ बैठ ओदे धीरज नूं। रब ने तो मैनू माफ करता, माफ करता, माफ करता। पास्टर कहंदा ऐ हो जाना, ऐ हो जाना, मैनू माफ करता है। तो फिर जाके स्टापू डैपी ने खेडना है एक लत्त ते। खेड स्टापू, जिहड़ी एक लत्त नाल तू खेडदा ने, वो भी खिच देनी फड़ के, ते नासां वजणियां तेरियां थल्ले, ते वेखी फिर तेरा की हाल होना। कई कहणगे ये की मुहावरा जिहा, समझदार लई कहंदे इशारा ही काफी। प्यारिओ, आज जिहड़े अपने बिस्तरियां दे विच वड़ वड़ के चोरी मोबाइल चलाउंदे आ, हैं गंदियां मंदियां वीडियो वेखदे आ, फोन ते गल किदां कर, हेलो हेलो सौंगी के जागदी। समझदे जिन्हां ने सानू जम्मिया वो की आ? शदाई आ। जिन्हें तुहानू 9 महीने ढिड च रखिया उन्होंने सारा पता हुंदा। हालेलुया। ते मैं कहना पहले दिन ही मां ने जे फड़ के नासां भन्नियां होण, प्यो ने भन्नियां होण। मैनू ना कई बार अपने बच्चों ते बड़ा गुस्सा आ जाता जो आना आग्याकारी करते हैं। मैं इन्हों हौला भी फिर करदा, तो फिर मैं कई बार बाद च सोचदा भी इदां नहीं करना चाहिए। पर जो मैं दुआ च बहना, परमेश्वर मैनू तसल्ली दिंदा है। एक करने वाला तू नहीं है, करने वाला मैं वां। बोलो हालेलुया। कई बार मैं सोचता मेरे बच्चे ने फलानी गलती की, उन्होंने कुछ नहीं कहना, पर मैनू वचन फिर मैनू याद आता है, अपने पुत्र ते सिटी का इस्तेमाल कर। बोलो सारे हालेलुया। मैं कहना मैं खुदा का धन्नवाद करदा, मैं खुदा दा बहुत बहुत धन्नवाद करदा। मैं अज तुहानू दसदा, मेरे दोनों बेटे बाहर नहीं जाणगे किते,
ਪਰ ਇੱਥੇ ਹੀ ਰਹਿ ਕੇ ਦੂਜਿਆਂ ਨਾਲੋਂ ਜ਼ਿਆਦਾ ਤਰੱਕੀ ਕਰਕੇ ਦੱਸਣਗੇ ਤੁਹਾਨੂੰ। ਹਾਲੇਲੂਇਆ। ਇਹ ਪੰਜਾਬੀਆਂ ਦੇ ਦਿਮਾਗ 'ਚ ਇੱਕ ਵਹਿਮ ਵੜਿਆ ਹੈ, ਬਸ ਬਾਰ-ਬਾਰ ਆਪਾਂ ਬਾਹਰ ਨਹੀਂ ਜਾਣਾ, ਆਪਾਂ ਸਵਰਗ 'ਚ ਜਾਣਾ। ਹਾਲੇਲੂਇਆ। ਕਈ ਕਹਿੰਦੇ ਹੈ ਹੱਥ ਨਾ ਪਹੁੰਚੇ ਥੂ ਕੌੜੀ, ਕੋਈ ਥੂ ਕੌੜੀ ਨਹੀਂ ਆ। ਮੈਂ ਅੱਜ ਹੀ ਚਾਹਾਂ ਨਾ, ਅੱਜ ਹੀ ਚਾਹਾਂ, ਮੈਂ ਮੇਰੇ ਕੋਲ ਪਾਸਪੋਰਟ ਹੈਗਾ, ਮੈਂ ਚਾਹਾਂ ਤਾਂ ਮੈਂ ਕੱਲ ਤੁਹਾਨੂੰ ਦਿਖਾ ਸਕਦਾ 4-5 ਦੇਸ਼ਾਂ ਦੇ ਇਕੱਠੇ ਵੀਜ਼ੇ ਲਵਾ ਸਕਦਾ ਮੈਂ, ਪਰ ਮੇਰਾ ਉਹ ਵਿਜ਼ਨ ਨਹੀਂ ਹੈ, ਮੇਰਾ ਉਹ ਦਰਸ਼ਨ ਨਹੀਂ ਹੈ। ਕਈ ਸੇਵਕ ਬੜੀਆਂ ਕੰਟਰੀਆਂ 'ਚੋਂ ਆਉਂਦੇ ਆ ਤੇ ਉਹਨਾਂ ਦੀ ਸੇਵਕਾਈ ਜਾ ਕੇ ਵੇਖੋ, ਕੋਈ ਸੇਵਾ ਨਹੀਂ, ਕੋਈ ਚਰਚ ਦਾ ਮੈਂਬਰ ਨਹੀਂ ਹੈਗਾ। ਕਈ ਕਹਿੰਦੇ ਸਾਡੀ 40 ਪਿੰਡਾਂ 'ਚ ਸੇਵਾ, ਭਲਾ ਕਿੱਦਾਂ ਸੇਵਾ? ਜਿਹੜੇ ਘਰ ਦੁਆ ਕਰਨ ਚਲੇ ਗਏ ਉਹ ਜੀ ਸਾਡੀ ਕਲੀਸਿਆ ਦਾ ਮੈਂਬਰ, ਐਤਵਾਰ ਨੂੰ ਤੇਰੇ ਕੋਲ ਬੰਦਗੀ ਤੇ ਆਉਂਦਾ, ਉਹ ਤੇਰੀ ਕਲੀਸਿਆ ਦਾ ਮੈਂਬਰ ਉਹ ਵਾ ਜਿਹੜਾ ਐਤਵਾਰ ਨੂੰ ਤੇਰੇ ਕੋਲ ਚਰਚ ਪਹੁੰਚਦਾ। ਹਾਲੇਲੂਇਆ। ਪਰਮੇਸ਼ਰ ਦਾ ਵਾਅਦਾ, ਮੈਂ ਉਸ ਵਾਅਦੇ ਨੂੰ ਫੜਿਆ। ਪਰਮੇਸ਼ਰ ਕਹਿੰਦਾ ਜਿਸ ਧਰਤੀ ਤੇ ਤੂੰ ਰਹਿਣਾ ਮੈਂ ਉੱਥੇ ਹੀ ਤੈਨੂੰ ਬਰਕਤ ਦੇਵਾਂਗਾ। ਜ਼ੋਰ ਸੇ ਬੋਲੋ ਹਾਲੇਲੂਇਆ। ਪਰ ਤੂੰ ਸਿੱਧਾ ਹੋ ਜਾ। ਹਾਲੇਲੂਇਆ। मत ये ना सोचो भी बाहर जाना गुनाह है। अब जाओ, अब दे अंदर चाहत है, लिखा हो तेरे तेरे मन के मनोरथां नूं की करेगा। आप जाना चाहते जो जरूर आप लैके जाएगा, पर आपनूं की कहना चाहिए? यकूब ने लिखा है जे प्रभु चाहे थे। हालेलुया। कौन चाहे थे? जबूर नंबर 146 कड्डो सारे जाने, ओदी 2 और 3 आयत। हरजीत पढ़ना। जबूर नंबर 146 ओदी 2 और 3 आयत, जल्दी पढ़िया करो। मैं जीवन भर यहोवा दी उस्तत करांगा, जिन्ना चिर मैं रहांगा मैं अपने परमेश्वर दा भजन गावांगा। हाकमां दे उत्ते भरोसा ना रखो, ना आदम वंश उत्ते जिहदे कोल बचाओ है नहीं। हालेलुया। आदमी ते भरोसा ना रखो, उन्हां दी नस्ल ते भरोसा ना रखो, उन्हां दे कोल कोई बचा नहीं है। कहंदा जिन्ना चिर मैं जींदा रहांगा मैं की करांगा? यहोवा दी उस्तत करांगा। आप इको काम सीख लो। अगर अज आपको खुदा की हजूरी च आके ताली बजाउण च शर्म आउंदी है, गीत गाउण च शर्म आउंदी है, हाथ उठा के दुआ करन च शर्म आउंदी है, आप शर्म करदे खुदा दा काम करन च, ते खुदा नहीं फिर तुहाडे काम करन च शर्म महसूस करेगा। आपने खुल दिली नाल खुदा दी प्रस्तिश करनी है। बोलो हालेलुया। किदां? यार बोले नहीं, मैं बोलते दिता। किदां करनी खुदा दी प्रस्तिश? खुल दिली नाल। 75 जबूर नंबर 75, 75 नंबर जबूर। ओदी 6 और 7 आयत। उच्चा होना ना ता चढ़दे हो, ना लैंदे हो ते ना उजाड़ो आउंदा है। परमेश्वर ही न्यायी है, वो एक नूं नीवां ते दूजे नूं उच्चा कर दिंदा है। हाथ उठा के बोलो हालेलुया। कौन है न्यायी? ये पास्टर ने फलाने नूं गांह करता, सानू पिछां करता। किसी पास्टर ने, कोई पास्टर किसी नूं गांह नहीं जे करदा। मैं कौन वां? मैं कुछ भी नहीं है, मैं तो जीरो वां एकदम परमेश्वर तो बगैर। मैं कौन है किसी नूं गांह करने वाला? मैं कौन है किसी नूं स्टेज ते चाड़न वाला? मैं कुछ नहीं, कोई पास्टर कुछ नहीं जे हैगा। कौन है न्यायी लिखिया? उच्ची बोलो, कौन है? यहोवा परमेश्वर। मैं जो जम्मिया सी मैं उदों तो इदां दा, मेरे डैडी मैनूं दसदे रहे, कहंदे तू बिल्कुल छोटा जिहा ते तू इकट्ठे ही 7-8 गीत बोल दिया करने ते असीं तैनूं गुस्से होना, चुप कर जा, तेरा मूँह थक जू, तू न्याणा वा। इहदा मतलब वो मसा जिहड़ा अज भी मेरे उत्ते आ लगातार गाउण दा, वो कदों तो सी? क्यों सी? हुण बोलो। क्योंकि मेरा मां प्यो भी रब दी सेवा करदा है। बोलो हालेलुया। ते जिहड़े मां प्यो आप नशे करदे, मावां भी करदियां नशे। आ कई चुल्हे दी मिट्टी खांदियां, कई भैणां भी तमाकू लाउंदियां, बीड़ियां पींदियां। एक बारी सवेरे सवेरे दौड़ लाउण चले, मतलब रोज जाईदा सी,
ਇੱਕ ਦਾ ਜਾ ਕੇ ਗੇਟ ਖੜਕਾਇਆ, ਲਾਗੇ ਉਹ ਗੇਟ ਵਾਲਾ ਤੇ ਉੱਠਿਆ ਨਾ ਜਿਹਨੂੰ ਆਪਾਂ ਠਾਲਣ ਦੇ, ਲਾਗੇ ਗਵਾਂਢੀ ਉੱਠ ਖਲੋਏ ਤੇ ਦੋਵੇਂ ਮੰਜੀ ਤੇ ਬਹਿ ਕੇ ਤੇ ਦੋ ਬੀੜੀਆਂ ਲੱਗ ਗਈਆਂ। ਮੈਂ ਆਪਣੇ ਨਾਲ ਦੇ ਨੂੰ ਕਹਾਂ, ਮੈਂ ਯਾਰ ਇਸ ਘਰ 'ਚ ਬੀੜੀ ਤੇ ਇੱਕੋ ਹੀ ਪੀਂਦਾ, ਦੂਜਾ ਕੌਣ ਆ? ਕਹਿੰਦਾ ਉਹਦੇ ਨਾਲ ਦੀ। ਜਿਹੜੇ ਮਾਂ-ਬਾਪ ਖੁਦ ਨਸ਼ੇ ਕਰਦੇ ਆ, ਸ਼ੈਤਾਨੀ ਕੰਮ ਕਰਦੇ ਆ, ਤੁਹਾਡੇ ਢਿੱਡ 'ਚ ਜਦੋਂ ਬੱਚੇ ਪੈਣਗੇ ਤੇ ਉਹਨਾਂ ਦੇ ਉੱਤੇ ਸ਼ੈਤਾਨੀ ਮਸਾ ਹੋਏਗਾ। ਜੋ ਇਹ ਕੀਬੋਰਡ ਵਜਾਉਂਦਾ, ਕੁਝ ਨਹੀਂ ਦੱਸਿਆ ਇਹਨੂੰ ਮੈਂ, ਇਹ ਖੁਦਾ ਦਾ ਅਭਿਸ਼ੇਕ ਹੁੰਦਾ ਹੈ। ਬੋਲੋ ਹਾਲੇਲੂਇਆ। ਔਰ ਜੋ ਤੁਸੀਂ ਨਹੀਂ ਨਾ ਕਰ ਸਕਦੇ, ਉਹਦੇ ਲਈ ਪਰਮੇਸ਼ਰ ਤੁਹਾਡੇ ਲਈ ਬੰਦੇ ਖੜੇ ਕਰ ਦਿੰਦਾ, ਹੈਲਪਰ ਖੜੇ ਕਰ ਦਿੰਦਾ ਪਰਮੇਸ਼ਰ। ਪਰ ਤੁਸੀਂ ਸਿੱਧੇ ਬਣਨਾ ਹੈ। ਕੀ ਬਣਨਾ ਆਪਨੇ? ਉੱਚੀ ਬੋਲੋ, ਕੀ ਬਣਨਾ? ਆ ਮੋਬਾਈਲ ਵੀ ਖੇਡਣਾ ਬੰਦ ਕਰ ਦਿਓ, ਅੱਜ ਕੱਲ ਸਦਾ ਲਈ ਬੰਦ ਕਰ ਦਿਓ। आपने अपने रिश्तेदार ਨੂੰ ਕਿਸੇ ਭੈਣ ਭਰਾ ਨੂੰ ਫੋਨ ਕਰਨਾ ਹੈ तो ठीक है, फोन किया, हाल चाल पूछा, बस खत्म। की बनाया? साग बनाया। घोट लिया? नहीं अजे। यह चंगी तरह आटा पाई, जवार दे आटे ना घोटी, ज्यादा वधिया बनू। बनाया कर च ही पतीली च बनाना ही, और कच वो नहीं, मिट्टी का भांडा लै घड़ा, उहदे विच ज्यादा स्वादी बनता ही। दसो इन्हां गल्लां चों की लभना तुहानूं? कई ना मोबाइल देना कि कई तो एडा फाह पिया होंदा ना, ऐ फोन अड़ाया होंदा, उतो स्टेयरिंग भी ऐ कमाई जाती है। अजकल तो आ भी ट्रेंड चल गया, की करन दी? आटा गुन्नण दी। एक मशहूरी आउंदी हुंदी सी टीवी दे उत्ते भी एक मुंडा क्रिकेट मैच वेखण दिया ते उहनूं पोटी आ गई, टॉयलेट जाना सी उहने ते टीवी अपना बाथरूम अगे लै गया। वो तो वैसे झूठ सी, बहुत घट ही इदां है, पर एक गल सच हो गई, लोग टॉयलेट च भी मोबाइल का खड़ा नहीं छड्डदे। प्यारिओ सीधे बनो, हालेलुया। जिहड़ा सदिहाई च चलदा, की कहंदा परमेश्वर कोई भी चंगी वस्त नहीं उस तो मैं रोकांगा। तुसीं मैनूं दसो, जे सप्लाई खुदा ने बंद कीती आपो ते जिन्नियां मर्जी दवावां कराई जाओ, नहीं जे सप्लाई चालू होनी है। कई आप टैंकी का वाल उत्तों बंद कर दिंदे, मोटर चलाउने पानी आउंदा वा, मोटर बंद कर दिंदे, टूटी छड्डदे, पानी नहीं आउंदा। उपरों जाके सप्लाई चैक कर, वाल बंद ही उत्तों, कईयां दा वाल इदां उत्तों बंद किया परमेश्वर ने। किद्दां भला? जिद्दां कईयां दा मोटर चलाया टूटी च पानी आउंदा है, मोटर बंद कीतिया नहीं आउंदा, इदां कई कहंदे दवा कराई दी पास्टर जी, उदों ते ना फायदा जिहा हो जांदा, ते बाद च कहंदे बाद च फिर उदां। क्यों भला? वो तुहाडा भी उही हाल आ, मोटर चलाया टूटी च पानी आउंदा वा, उत्तों वाल परमेश्वर ने की कीता? बंद कीता। हुण परमेश्वर ने अपने दास की भी तो थोड़ी बहुत इज्जत रखनी है ना। उन्हें जो तुहाडे लई दुआ करनी, खुदा कहंदा चल मेरा बंदा दुआ कर दिया, कर दे ठीक, आप तो करदे नहीं। अजीजो याद रखो, आप परमेश्वर आप ना सीधियां गल्लां करदा जी। हालेलुया। एक अच्छा पास्टर, मैं एक स्टेटस लाया सी इंग्लिश दे विच, शायद जे तुहाडे चों किसी ने पढ़िया होवे जां सुनिया होवे, समझ गए होणगे। एक अंग्रेज पास्टर दा मैं स्टेटस लाया सी, मैनूं बड़ा वधिया लगा। वो कह रहा सी कि एक परमेश्वर दा जन आप नूं परमेश्वर ते डिपेंड होना सिखालदा आ, अपने आप ते नहीं। पर कहंदा अगे वो कह रहा, जेड़े पास्टर तुहानूं
ਆਪਣੇ ਆਪ ਤੇ ਡਿਪੈਂਡ ਹੋਣਾ ਸਿਖਾਲਦੇ ਨੇ, ਯਾਨੀ ਕਿ ਪਾਸਟਰ ਤੇ। ਉਹ ਕਾਹਦੇ ਲਈ ਹੈ? ਇੰਨੇ ਪੈਸੇ ਦੇ ਦਿਓ ਤੁਹਾਡੇ ਲਈ ਆਹ ਦਵਾ ਹੋਊਗੀ। 10 ਰੁਪਈਆਂ ਵਾਲੀ ਦਵਾ ਕਰਾਉਣੀ, 500 ਵਾਲੀ ਕਰਾਉਣੀ, 1000 ਵਾਲੀ ਕਰਾਉਣੀ, ਕਿਹੜੀ ਕਰਾਉਣੀ? ਕਹਿੰਦੇ ਜੀ ਇਹ ਫਲਾਣਾ ਸੇਵਕ ਸਾਡੇ ਘਰ ਆ ਰਿਹਾ, ਅੱਛਾ ਬੰਦਗੀ ਕਰਨੀ? ਨਹੀਂ ਜੀ ਧੰਨਵਾਦ ਕਰਨਾ। ਇਹ ਕਿਉਂ? ਇਹ ਜੀ ਯਾਰ ਕਾ ਪੈਸੇ ਥੋੜੇ ਹੀ ਤੇ ਯਾਰ ਕਾ ਧੰਨਵਾਦ ਕਰਾ ਲੈਣਾ ਵਾ ਤੇ ਅਗਲੀ ਵਾਰੀ ਬੰਦਗੀ ਕਰਾਉਣੀ। ਅੱਛਾ ਪੈਸੇ ਥੋੜੇ ਹੀ, ਇਹ ਕੀ ਕਹਾਣੀ ਹੋਈ? ਇਹ ਜੀ ਉਹ ਧੰਨਵਾਦ ਦਾ 5000 ਲੈਂਦੇ ਆ। ਕੀ ਕਰਨਾ ਉਹਨਾਂ ਆ ਕੇ? ਤੁਹਾਡੇ ਘਰ ਆ ਕੇ ਖੁਦਾਵੰਦ ਦਾ ਤੇਰਾ ਧੰਨਵਾਦ, 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 ਇਸ ਘਰ ਨੂੰ ਬਰਕਤ ਦੇਈਂ, ਆਸ਼ੀਸ਼ ਦੇਈਂ, ਚਾਹ ਪਾਣੀ ਪੀਤਾ ਤੇ ਚਲੇ ਗਏ। ਤੇ ਕਿੰਨੇ ਪੈਸੇ ਲੈ ਗਏ? ਯਾਰ ਤੁਸੀਂ ਸ਼ਦਾਈ ਨਹੀਂ ਜੇ। ਉਹ 5000 ਥੋੜਾ ਲੈ ਗਏ, 400-500 ਦਾ ਚਾਹ ਪਾਣੀ ਵੀ ਤੇ ਪੀ ਕੇ ਗਏ ਆ। ਇਹੋ ਜਿਹੇ ਪਾਸਟਰ ਨੂੰ ਕਹੋ ਤੁਸੀਂ ਇੱਥੋਂ ਧੰਨਵਾਦ ਕਰ ਦੂਗਾ, ਅਸੀਂ ਇੱਥੇ ਬੈਠੇ ਕਰ ਲਾਂਗੇ। ਅਜੀ ਜੋ ਯਾਦ ਰੱਖੋ ਇੱਕ ਗੱਲ, ਨਾ ਵਲ ਛਲ ਵਾਲੇ ਪਾਸਟਰ ਕੋਲ ਜਾਣਾ ਤੇ ਨਾ ਵਲ ਛਲ ਆਪਣੇ ਵਿੱਚ ਰੱਖਣੀ। ਹਾਲੇਲੂਇਆ। ਸਿੱਧੇ ਬਣ ਜਾਓ। ਜਿੱਥੇ ਤੁਸੀਂ ਗਲਤ ਜੇ ਕਹੋ ਹਾਂ ਮੈਂ ਗਲਤ ਹਾਂ, ਜਿੱਥੇ ਤੁਸੀਂ ਝੂਠੇ ਜੇ ਕਹੋ ਹਾਂ ਮੈਂ ਝੂਠਾ ਹਾਂ। ਪਰਮੇਸ਼ਰ ਖਰਿਆਂ ਨੂੰ, ਸਿੱਧਿਆਂ ਨੂੰ ਪਸੰਦ ਕਰਦਾ ਜੇ। ਆਪ ਨਸ਼ੇਬਾਜ਼ ਕਹੋ ਹਾਂ ਪਰਮੇਸ਼ਰ ਮੈਂ ਨਸ਼ੇਬਾਜ਼ ਆ, ਪਰ ਮੈਂ ਵਿਸ਼ਵਾਸ ਕਰਦਾ ਤੂੰ ਸੁਧਾਰ ਸਕਦਾ ਮੈਨੂੰ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਪਰਮੇਸ਼ਰ ਤੂੰ ਸੁਧਾਰ ਸਕਦਾ ਮੈਨੂੰ। ਅਜੀਜੋ ਲਿਖਿਆ ਪਰਮੇਸ਼ਰ ਹੀ ਨਿਆਈ ਹੈ। ਕੌਣ ਹੈ ਨਿਆਈ? ਉਹ ਇੱਕ ਨੂੰ ਨੀਵਾਂ ਕਰ ਦਿੰਦਾ ਤੇ ਦੂਜੇ ਨੂੰ। ਉਹਨੇ ਸਾਊਲ ਰਾਜੇ ਨੂੰ ਉੱਚਾ ਕੀਤਾ ਸੀ, ਪਰ ਸਾਊਲ ਰਾਜੇ ਨੇ ਅਣ ਆਗਿਆਕਾਰੀ ਕੀਤੀ। ਸਾਰੇ ਬੋਲੋ ਅਣ ਆਗਿਆਕਾਰੀ। ਬੜੀ ਖਤਰਨਾਕ ਚੀਜ਼ ਹੈ। ਖੁਦਾ ਦੇ ਵਚਨ 'ਚ ਲਿਖਿਆ ਅਣ ਆਗਿਆਕਾਰੀ ਤੇ ਜਾਦੂਗਰੀ ਸੇਮ ਪਾਪ ਜੇ, ਸੇਮ ਸਜ਼ਾ ਦੋਵਾਂ ਦੀ। ਪਰਮੇਸ਼ਰ ਨੇ ਸਾਊਲ ਨੂੰ ਉੱਚਾ ਕੀਤਾ, ਸਾਊਲ ਨੇ ਅਣ ਆਗਿਆਕਾਰੀ ਕੀਤੀ। ਪਰਮੇਸ਼ਰ ਨੇ ਸਾਊਲ ਨੂੰ ਨੀਵਾਂ ਕਰ ਦਿੱਤਾ। ਦਾਊਦ ਆਗਿਆਕਾਰ ਸੀ, ਪਰਮੇਸ਼ਰ ਨੇ ਦਾਊਦ ਨੂੰ ਫੜ ਕੇ, ਯਾਰ ਬੋਲਿਆ ਕਰੋ ਜਵਾਬ ਦੇ ਨਾਲ ਨਾਲ ਚੱਲੀਦਾ ਆਪਣੇ ਪਾਸਟਰ ਦੇ। ਸਾਊਲ ਨੇ ਅਣ ਆਗਿਆਕਾਰੀ ਕੀਤੀ, ਸਾਊਲ ਨੂੰ ਪਰਮੇਸ਼ਰ ਨੇ ਕੀ ਕਰ ਦਿੱਤਾ? ਬੋਲੋ ਹਾਂ। ਦਾਊਦ ਆਗਿਆਕਾਰ ਸੀ ਤੇ ਖੁਦਾ ਨੇ ਦਾਊਦ ਨੂੰ ਫੜ ਕੇ ਕੀ ਕਰ ਦਿੱਤਾ? ਭੇਡਾਂ ਚਾਰਨ ਵਾਲੇ ਨੂੰ ਬਾਦਸ਼ਾਹ ਹੈ ਕਰ ਦਿੰਦਾ। ਕਿਨੂੰ? ਉਹ ਤੁਸੀਂ ਤੇ ਬਹੁਤ ਬੜੇ, ਕਈ ਤੁਸੀਂ ਚੰਗੇ ਜੇ, ਅੱਛੇ ਨੇ ਕਾਰੋਬਾਰ ਤੁਹਾਡੇ, ਉਹ ਤੇ ਭੇਡਾਂ ਚਾਰਨ ਵਾਲੇ ਨੂੰ ਉਹਨੇ ਬਾਦਸ਼ਾਹ ਬਣਾ ਦਿੱਤਾ। ਤੇ ਸਾਊਲ ਵੀ ਕੋਈ ਵਧੀਆ ਬੰਦਾ ਨਹੀਂ ਸੀ। ਵਧੀਆ ਬੰਦਾ ਮਤਲਬ ਉਹਦਾ ਕੋਈ ਏਡਾ ਸ਼ਾਹੀ ਕੰਮ ਨਹੀਂ ਸੀ। ਉਹ ਵੀ ਵਿਚਾਰਾ ਪਿਓ ਦੀਆਂ ਗਧੀਆਂ ਕਿਤੇ ਗਵਾਚ ਗਈਆਂ ਤੇ ਗਧੀਆਂ ਲੱਭਦਾ ਲੱਭਦਾ ਕਿਸੇ ਨੇ ਕਿਹਾ ਸੈਮੂਅਲ ਨਬੀ ਕੋਲ ਜਾ, ਉਹ ਦੱਸ ਦੂ ਤੇਰੀਆਂ ਗਧੀਆਂ ਕਿੱਥੇ ਆ। ਤੇ ਪੰਜਾਬੀ 'ਚ ਸਿੱਧਾ ਕਹੀਏ ਖੋਤੀਆਂ ਗਵਾਚੀਆਂ ਸੀ ਤੇ ਖੋਤੀਆਂ ਲੱਭਦਾ ਲੱਭਦਾ ਸੈਮੂਅਲ ਨਬੀ ਕੋਲ ਚਲ ਗਿਆ। ਪਰ ਪਰਮੇਸ਼ਰ ਨੂੰ ਉਹਦਾ ਉਦੋਂ ਮਨ ਪਸੰਦ ਸੀ, ਉਹਦਾ ਮਨ ਚੰਗਾ ਸੀ ਉਦੋਂ। ਪਰ ਜਦੋਂ ਮਨ ਖਰਾਬ ਹੋ ਗਿਆ, ਅਣ ਆਗਿਆਕਾਰੀ ਹੋ ਗਿਆ ਰਾਜਾ ਸਾਊਲ, ਪਰਮੇਸ਼ਰ ਨੇ ਦਾਊਦ ਨੂੰ ਉੱਚਾ ਕਰਤਾ। ਔਰ ਲੋਕਾਂ ਦੇ ਮੂੰਹ 'ਚ ਹੁਣ ਕੀ ਨਿਕਲਦਾ ਵਾ? ਕਹਿੰਦੇ ਰਾਜੇ ਸਾਊਲ ਨੇ ਹਜ਼ਾਰਾਂ ਨੂੰ ਮਾਰਿਆ ਪਰ ਦਾਊਦ ਨੇ ਲੱਖਾਂ ਨੂੰ ਮਾਰਿਆ। ਹੈ ਸਾਊਲ ਨੂੰ ਤਾਂ ਵੀ ਨਹੀਂ ਅਕਲ ਆਈ। ਕਹਿੰਦਾ ਹੈ ਮੈਂ ਰਾਜਾ, ਮੇਰੇ ਲਈ 1000 ਰੱਖੇ ਤੇ ਆ ਜਿਹੜਾ ਆ ਭੇਡਾਂ ਚਾਰਦਾ ਛੋਕਰਾ ਜਿਹਾ। ਭੁੱਲ ਗਿਆ ਸਾਊਲ, ਉਹ ਤੂੰ ਤੇ ਉਹਦੇ ਨਾਲੋਂ ਵੀ ਨਿਕੰਮਾ ਸੀ, ਤੂੰ ਤੇ ਖੋਤੀਆਂ ਚਾਰਦਾ ਸੀ। ਉਹ ਤੇ ਭੇਡਾਂ ਬੱਕਰੀਆਂ ਵਾਲਾ ਸੀ, ਤੂੰ ਤੇ ਖੋਤੀਆਂ ਵਾਲਾ ਸੀ। ਕਈਆਂ ਨੂੰ ਚੇਤਾ ਭੁੱਲ ਜਾਂਦਾ ਹੈ। ਮੈਨੂੰ ਕਿੱਥੋਂ ਖੁਦਾ ਨੇ ਚੁੱਕਿਆ, ਮੈਂ ਕਦੇ ਨਹੀਂ ਚੇਤਾ ਭੁੱਲਦਾ। ਮੇਰੇ ਅੰਦਰ ਇੱਕ ਇਹੋ ਜਿਹੀ ਗੱਲ ਮੈਨੂੰ ਆਪਣੇ ਆਪ 'ਚ ਨਜ਼ਰ ਨਹੀਂ ਸੀ ਆਉਂਦੀ ਕਿ ਮੈਂ ਰੱਬ ਦਾ ਸੇਵਕ ਬਣ ਜਾਊਂਗਾ, ਪਰ ਉਹਨੇ ਬਣਾ ਦਿੱਤਾ। ਬੋਲੋ ਹਾਲੇਲੂਇਆ। ਇਸ ਲਈ ਮੈਂ ਉਹਦੀਆਂ ਭਲਾਈਆਂ ਨੂੰ ਕਦੇ ਨਹੀਂ ਭੁੱਲਦਾ। ਅੱਜ ਮੈਂ ਜੋ ਕੁਝ ਹਾਂ ਪ੍ਰਭੂ ਯਿਸੂ ਮਸੀਹ ਦੇ ਅਨੁਗ੍ਰਹਿ ਦੇ ਦੁਆਰਾ ਹੈ। ਤੇ ਕਈ ਬਾਅਦ 'ਚ ਭੁੱਲ ਹੀ ਜਾਂਦੇ,
ਉਹ ਅਸੀਂ ਤੇ ਕੁਝ ਵੀ ਨਹੀਂ ਸੀ, ਅਸੀਂ ਤੇ ਚੋਰ ਸੀ, ਸ਼ਰਾਬਾਂ ਪੀਣ ਵਾਲੇ ਸੀ, ਸ਼ਰਾਬਾਂ ਵੇਚਣ ਵਾਲੇ ਸੀ, ਬਦਕਾਰ ਸੀ, ਵਿਭਚਾਰੀ ਸੀ, ਕੋਈ ਚੋਰ ਸੀ। ਸਾਨੂੰ ਸੁਧਾਰ ਦਿੱਤਾ ਖੁਦਾ ਨੇ। ਮੇਰੇ ਪਿਆਰਿਓ, ਅੱਜ ਲੋਕ ਯਿਸੂ ਮਸੀਹ ਦੀ ਮਸ਼ਹੂਰੀ ਘੱਟ ਤੇ ਆਪਣੀ ਮਸ਼ਹੂਰੀ ਜ਼ਿਆਦਾ ਕਰਨ ਦੇ, ਇਹ ਵੀ ਵਲਛਲ ਜੀ। ਉਹ ਸਿੱਧੇ ਲੋਕ ਨਹੀਂ ਆ। ਗੁਜਰੇ ਦਿਨੀ ਤੁਸੀਂ ਤਰਨਤਾਰਨ ਦੇ ਲਾਗੇ ਪਿੰਡ ਦੀ ਇੱਕ ਦੀ ਵੀਡੀਓ ਦੇਖੀ, ਕੁਝ ਭੈਣਾਂ ਕੁਝ ਭਰਾ ਹੈ ਕਨਵੈਨਸ਼ਨ ਦੇ ਇਸ਼ਤਿਹਾਰ ਵੰਡਣ ਦੇ ਸੀ। ਮੈਂ ਤੁਹਾਡੇ ਅੱਗੇ ਖੜਾ, 2 ਸਾਲ ਤੱਕ ਮੈਂ ਲਿਟਰੇਚਰ ਵੰਡਿਆ ਖੁਦ। ਔਰ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਸਾਡਾ ਪਿਓ ਸਾਨੂੰ ਲਿਟਰੇਚਰ ਵੰਡਣ ਘੱਲਦਾ ਰਿਹਾ। ਕੋਈ ਕਨਵੈਨਸ਼ਨ ਦੇ ਇਸ਼ਤਿਹਾਰ ਨਹੀਂ ਲੈ ਕੇ ਜਾਈਦੇ, ਆ ਲੈ ਕੇ ਜਾਈਦਾ ਸੀ ਖੁਦਾ ਦਾ ਵਚਨ। ਬੋਲੋ ਹਾਲੇਲੂਇਆ। ਕਦੇ ਖੁਦਾ ਨੇ ਸ਼ਰਮਿੰਦੇ ਨਹੀਂ ਹੋਣ ਦਿੱਤਾ। ਮੈਂ ਛੋਕਰਾ ਜਿਹਾ ਸੀ, ਯਿਸੂ ਮਸੀਹ ਬਾਰੇ ਕੁਝ ਇੰਨਾ ਜ਼ਿਆਦਾ ਨਹੀਂ ਸੀ ਜਾਣਦਾ। ਉਦੋਂ ਵੀ ਸਾਡੇ ਕੋਲ ਇੱਕ ਟੀਮ ਆਈ ਸੀ, ਉਹਨਾਂ ਦੇ ਨਾਲ ਅਸੀਂ ਲਿਟਰੇਚਰ ਵੰਡਣ ਜਾਂਦੇ ਰਹੇ ਪਿੰਡਾਂ ਦੇ ਵਿੱਚ। ਜਿਹੜਾ ਕੋਈ ਸਾਡੇ ਨਾਲ ਆਕੜਦਾ ਰਿਹਾ, ਖੁਦਾ ਨੇ ਮੂੰਹ ਬੰਦ ਕਰ ਦਿੱਤੇ ਸੀ ਉਹਨਾਂ ਦੇ ਗਾੜੀਆਂ। ਅੱਜ ਕੱਲ੍ਹ ਲੋਕੀ ਪਾਸਟਰ ਕੀ ਕਰਦੇ, ਆਪਣਾ ਇਸ਼ਤਿਹਾਰ ਦੇ ਕੇ ਕਹਿ ਦਿੰਦੇ ਆ ਪਿੰਡਾਂ 'ਚ ਜਾਓ, ਘੱਲਦੇ ਵੀ ਕਿੰਨਾਂ ਨੂੰ, ਉਹਨਾਂ ਨੂੰ ਊੜਾ ਹੀ ਨਹੀਂ ਪਤਾ ਬਾਈਬਲ ਦਾ, ਗੱਲ ਨਹੀਂ ਆਉਂਦੀ। ਪਰਮੇਸ਼ਰ ਕਹਿੰਦਾ ਇਹੋ ਜਿਹਾ ਮੂੰਹ ਦਵਾਂਗਾ ਜਿਹਦਾ ਵੈਰੀ ਖੰਡਨ ਨਹੀਂ ਕਰ ਸਕਣਗੇ। ਅਬ ਸਿੱਧੇ ਬਣੋ, ਵਲਛਲ ਨਾ ਖੇਡੋ। ਮੇਰੀ ਮਸ਼ਹੂਰੀ ਹੋ ਜੇ, ਮੈਂ ਮਸ਼ਹੂਰ ਹੋ ਜਾ, ਮੈਂ ਉੱਚਾ ਹੋ ਜਾ, ਮੇਰੀ ਸੇਵਕਾਈ ਉਹ ਦੁਨੀਆ ਦੇ ਕੋਨੇ ਕੋਨੇ ਤੱਕ ਫੈਲ ਜੇ। ਸਾਂਭਣੀ ਕਿੰਨੇ ਫਿਰ? ਕਈ ਨਿਆਣੇ ਜੰਮਣ ਲੱਗਿਆ ਢੇਰੀ ਲਾਈ ਜਾਂਦੇ ਆ। ਹਰ ਸਾਲ ਨਿਆਣੇ ਜੰਮੀ ਜਾਂਦੇ, ਜਦੋਂ 10-12 ਹੋ ਜਾਂਦੇ ਮੁੜ ਕੇ ਕੱਛੇ ਵੀ ਨਹੀਂ ਲੈ ਕੇ ਦਿੱਤੇ ਜਾਂਦੇ। ਉਹਦੇ ਨਾਲੋਂ ਚੰਗਾ ਨਹੀਂ ਹੈ ਥੋੜ੍ਹਿਆਂ ਜੀ ਸਬਰ ਕਰ ਲਓ। ਇਹ ਉਹ ਹਾਲ ਅੱਜ ਕੱਲ੍ਹ ਦੇ ਕਈ ਪਾਸਟਰਾਂ ਦਾ ਵਾ। ਫਲਾਣਾ ਵੀ ਮੇਰੇ ਚਰਚ ਆ ਜੇ, ਉਹ ਵੀ ਆ ਜੇ, ਉਹ ਵੀ ਆ ਜੇ। ਜਦੋਂ ਉਹ ਵੀ ਫੋਨ ਕਰਦਾ ਇੱਧਰ ਨੂੰ ਆ, ਉਹ ਵੀ ਫੋਨ ਕਰਦਾ ਇੱਧਰ ਨੂੰ ਆ, ਤੀਜਾ ਕਹਿੰਦਾ ਇੱਧਰ ਨੂੰ ਆ, ਚੌਥਾ। ਤੇ ਫਿਰ ਝੂਠ ਬੋਲਣਗੇ। ਸੰਤ ਜੀ ਕਾਹਦੇ 'ਚ ਬੈਠੇ ਆ? ਦਵਾ 'ਚ, ਭਾਵੇਂ ਬੈਠਾ ਖਰਬੂਜੇ ਕੱਟਣ ਦਿਆ ਹੋਵੇ। ਸੰਤ ਜੀ ਨਾ ਦਵਾ 'ਚ ਬੈਠੇ, ਉਹ ਦਵਾ ਕਰਨ ਨਹੀਂ ਆ ਸਕਦੇ। ਆਪ ਸਿੱਧੇ ਨਹੀਂ ਜੀ। ਖੁਦਾ ਦਾ ਦਾਸ ਇੱਕ ਜਾ ਕਹਿੰਦਾ, ਮੈਂ ਸਿੱਧਿਆਂ ਦੀ ਭਰਾ ਦੀ ਮੰਡਲੀ ਦੇ ਵਿੱਚ ਬੈਠਾਂਗਾ। ਹਾਲੇਲੂਇਆ। ਦਾਊਦ ਸਿੱਧਾ ਸੀ, ਸਿੱਧਾ ਜਾ ਕਹਿੰਦਾ, ਆਹ ਕਿਹੜਾ ਵਾ ਜਿਹੜਾ ਸਾਡੇ ਪਰਮੇਸ਼ਰ ਨੂੰ ਗਾਲਾਂ ਕੱਢਦਾ? ਹੁਣ ਇਹ ਮੈਂ ਆਪਣੇ ਡੈਡੀ ਨੂੰ ਸੱਦ ਕੇ ਲਿਆਉਣਾ, ਏਦਾਂ ਨਹੀਂ ਕਹਿੰਦਾ। ਕਹਿੰਦਾ ਮੈਂ ਲੜੂ ਇਹਦੇ ਨਾਲ। ਬੋਲੋ ਹਾਲੇਲੂਇਆ। ਕਹਿੰਦਾ ਮੈਂ ਲੜੂੰਗਾ ਇਹਦੇ ਨਾਲ। ਉਹਦੇ ਭਰਾ ਸਗੋਂ ਉਹਨੂੰ ਕਹਿੰਦੇ, ਉਹ ਜਾ 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 ਕਿਤੇ ਕੰਮ ਕਰ ਜਾ ਕੇ। ਉਹ ਕਿਤੇ ਉੱਥੇ ਭੇਡ ਨਾ ਕਿਤੇ ਖੱਡ 'ਚ ਡਿੱਗ ਜੇ। ਜਾ ਭੇਡ ਦੇ ਖੱਡ 'ਚ ਡਿੱਗੀ, ਪਤਾ ਨਹੀਂ ਡਿੱਗੀ, ਗੋਲੀਅਤ ਨੂੰ ਮੂੰਹ ਤੇ ਮੂੰਹ ਸੁੱਟਤਾ ਉਹਨੇ ਫੜ ਕੇ। ਬੋਲੋ ਹਾਲੇਲੂਇਆ। ਇੱਕ ਸ਼ਬਦ ਵੀ ਉਹਨੇ ਆਪਣੀ ਵਡਿਆਈ ਲਈ ਨਹੀਂ ਬੋਲਿਆ। ਉਦੋਂ ਬਿਲਕੁਲ ਛੋਕਰਾ ਸੀ। ਸਾਊਲ ਉਦੋਂ ਰਾਜਾ ਸੀ। ਸਾਊਲ ਉਹਨੂੰ ਕਹਿੰਦਾ, ਤੂੰ ਕਿੱਦਾਂ ਲੜੇਂਗਾ? ਉਹ ਬਚਪਨ ਤੋਂ ਯੋਧਾ ਸੂਰਮਾ। ਦਾਊਦ ਉੱਥੇ ਪਰਮੇਸ਼ਰ ਦੇ ਨਾਮ ਨੂੰ ਵਡਿਆਈ ਦਿੰਦਾ, ਸਿੱਧਾ ਸੀ। ਕਹਿੰਦਾ ਮੈਂ ਆਪਣੇ ਬਾਪ ਦੀਆਂ ਭੇਡਾਂ ਬੱਕਰੀਆਂ ਚਾਰਦਾ ਸੀ। ਹਾਲੇਲੂਇਆ। ਕਹਿੰਦਾ ਇੱਕ ਰਿੱਛ ਆਇਆ, ਮੇਰੇ ਲੇਲੇ ਨੂੰ ਚੁੱਕ ਕੇ ਲੈ ਗਿਆ। ਕਹਿੰਦਾ ਮੈਂ ਉਹਦੇ ਮਗਰ ਨੱਠਾ, ਪਰਮੇਸ਼ਰ ਦਾ ਬਲ ਮੇਰੇ ਤੇ ਆਇਆ। ਹਾਲੇਲੂਇਆ। ਤੇ ਕਹਿੰਦਾ ਉਹਦੇ ਮੂੰਹ ਦੇ ਵਿੱਚੋਂ ਮੈਂ ਬਚੜਾ ਛਡਾ ਲਿਆ। ਕਹਿੰਦਾ ਮੈਂ ਰਿੱਛ ਮਾਰਿਆ, ਸ਼ੇਰ ਮਾਰਿਆ, ਭਾਲੂ ਮਾਰਿਆ। ਤੇ ਕਹਿੰਦਾ ਉਹ ਮੈਂ ਨਹੀਂ ਮਾਰਿਆ, ਕਿਹਨੇ ਮਰਵਾਇਆ ਮੇਰੇ ਕੋ? ਤੇ ਕਹਿੰਦਾ ਜਿਸ ਪਰਮੇਸ਼ਰ ਨੇ ਮੇਰੇ ਹੱਥੋਂ ਮੈਨੂੰ ਉਹਨਾਂ ਸ਼ੇਰ ਭਾਲੂਆਂ ਤੋਂ ਰੱਖਿਆ ਕੀਤੀ, ਉਹ ਪਰਮੇਸ਼ਰ ਇਸ ਗੋਲੀਅਤ ਤੋਂ ਵੀ ਮੇਰੀ ਰੱਖਿਆ ਕਰੇਗਾ। ਔਰ ਕਹਿੰਦਾ ਇਹਨੂੰ ਮੇਰੇ ਹੱਥਾਂ ਦੇ ਵਿੱਚ ਦੇ ਦੇਗਾ। ਬੋਲੋ ਹਾਲੇਲੂਇਆ। ਜਦੋਂ ਗੋਲੀਅਤ ਦੇ ਅੱਗੇ ਗਿਆ ਤੇ ਉਹ ਹੀ ਡੰਡਾ ਲੈ ਕੇ ਚਲ ਗਿਆ, ਜਿਹਦੇ ਨਾਲ ਭੇਡਾਂ ਨੂੰ ਕਰਦਾ ਹੋ 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 ਹੋ। ਉਹੀ ਡੰਡਾ ਲੈ ਕੇ ਗੋਲੀਅਤ ਵੱਲ ਚਲ ਗਿਆ। ਗੋਲੀਅਤ ਕੀ ਕਹਿੰਦਾ? ਓਏ ਮੈਂ ਕੋਈ ਕੁੱਤਾ ਓਏ, ਤੂੰ ਡੰਡਾ ਲੈ ਕੇ ਆ ਗਿਆ। ਆਪਣੇ ਆਪ ਨੂੰ ਕੀ ਕਹੀ ਜਾਂਦਾ? ਆਪੇ ਹੀ ਕਹਿਣ ਡੈ ਪਿਆ। ਉਹ ਮੇਰੇ ਵੈਰੀਆਂ ਦੇ ਸਨਮੁਖ ਮੇਰੇ ਅੱਗੇ ਕੀ ਵਿਛਾਉਂਦਾ? ਆਪਣੇ ਬੱਚਿਆਂ ਲਈ ਬਲੈਸਿੰਗ ਵਾਲੀਆਂ ਗੱਲਾਂ ਬੋਲਿਆ ਕਰੋ, ਖੁਦ ਲਈ ਬਲੈਸਿੰਗ ਵਾਲੀਆਂ ਗੱਲਾਂ ਬੋਲਿਆ ਕਰੋ। ਉਹ ਪਤਾ ਕੀ ਕਹਿੰਦਾ ਗੋਲੀਅਤ ਨੂੰ? ਕਹਿੰਦਾ ਤੂੰ ਤੇ ਢਾਲ ਲੈ ਕੇ ਆਇਆ, ਭਾਲਾ ਲੈ ਕੇ ਆਇਆ। ਮੈਂ ਕਹਿੰਦਾ ਯਹੋਵਾ
ਜੋ ਉਹਨੇ ਕਰਨਾ ਸੀ ਉਹਨੇ ਪਹਿਲਾਂ ਹੀ ਬੋਲਤਾ। ਜਦੋਂ ਆ ਛੱਤ ਪੈਣੀ ਸੀ ਨਾ, ਆਪਾਂ ਸਰੀਏ ਦਾ ਹਿਸਾਬ ਕਿਤਾਬ ਲਵਾਇਆ ਜਾ ਕੇ, ਤੇ 4 ਲੱਖ ਦਾ ਸਰੀਆ ਬਣਿਆ। ਸ਼ੈਤਾਨ ਮੇਰੇ ਕੰਨਾਂ 'ਚ ਫੂਕਾ ਮਾਰੇ, ਪਾ ਲੈਂਟਰ, ਹੁਣ ਤੇ ਜਾਨ ਕੜਕੀ 'ਚ ਆ ਗਈ ਆ। ਮੈਂ ਕਿਹਾ ਮੈਂ ਨਹੀਂ ਪਾਉਣਾ, ਮੇਰੇ ਪਰਮੇਸ਼ਰ ਨੇ ਪਾਉਣਾ। ਹਾਲੇਲੂਇਆ। ਡਿਪਰੈਸ਼ਨ ਆ ਜਾਂਦਾ ਸਾਡੇ ਸਿਰ ਦੇ ਉੱਤੇ, ਟੈਨਸ਼ਨ ਆ ਜਾਂਦੀ। ਮੈਂ ਜਦੋਂ ਹਸਪੀਟਲ ਦੇ ਵਿੱਚ ਵੀ ਸੀ, ਮੈਂ ਰੋਇਆ ਉੱਥੇ ਬਹੁਤ, ਖੁਦਾ ਦੇ ਅੱਗੇ ਮੈਂ ਹੋ ਕੇ ਕੱਢੇ। ਪਰ ਜਾਓ, ਜਿੰਨੇ ਮੇਰਾ ਪਤਾ ਲੈਣ ਗਏ, ਇੱਕ ਨੇ ਨਹੀਂ ਜਾ ਕੇ ਮੈਨੂੰ ਕਿਹਾ ਕਿ ਪਾਸ ਜੀ ਤੁਸੀਂ ਤੇ ਬਹੁਤ ਮਾੜੇ ਹੋ ਗਏ ਜੇ, ਹਾਏ ਤੁਹਾਡਾ ਤੇ ਬਹੁਤ ਬੁਰਾ ਹਾਲ ਹੈ। ਜਿਹੜਾ ਹੀ ਆਵੇ ਮੈਨੂੰ ਕਹੇ ਪਾਸ ਜੀ ਤੁਸੀਂ ਤੇ ਲੱਗਦੇ ਨਹੀਂ ਬਿਮਾਰ ਜੇ ਹੈ। ਥੋੜੇ ਦਿਨਾਂ ਤੱਕ ਪਾਸਟਰ ਜੀ ਆਉਣਗੇ ਇੱਥੇ, ਪਾਸਟਰ ਆਰਲ ਗੁਪਤਾ ਪੁੱਛ ਲਿਓ। ਸਭ ਤੋਂ ਜ਼ਿਆਦਾ ਉਹ ਆਏ ਹਸਪਤਾਲ 'ਚ, ਕਿਉਂਕਿ ਲੁਧਿਆਣੇ ਦੇ ਰਹਿਣ ਵਾਲੇ ਸੀ। ਆਪਰੇਸ਼ਨ ਹੋਣ ਤੋਂ ਪਹਿਲਾਂ ਵੀ ਆਏ, ਜਦੋਂ ਆਪਰੇਸ਼ਨ ਹੋ ਗਿਆ ਫਿਰ ਵੀ ਆਏ। तो पास्टर आरल गुप्ता मेरे वाले वेख के कहते हैं पास्टर जी है? आप तो लगते ही नहीं आपका ऑपरेशन हुआ है, आप तो चंगे भले हो। हालेलुया। ते कईयां दे एक सूई लग जे दे हाय की होया की होया ओ बोल पा की होया गंगा वा उन्नी बीमारी नहीं वड्डी होंदी जिन्ने जिर तो वड्डी चिंता ने उन्होंने फड़िया होंदा। मेरा यीशु कहंदा किसे गल दी चिंता ना करो। बोलो हालेलुया। बोलो किसे गल दी भी चिंता, बस आपने सीधे बन जाना है। राजा दाऊद सीधा सी, खुदा ने उन्होंने देखो ऐसा बादशाह बनाया। यीशु जो धरती ते चलदे सी, मेरा और आप दा स्वामी जो इस दुनिया ते चलदा सी, उन्होंने लोग की आवाज मारदे सी, भला दाऊद दे पुत्र साडे ते की कर। वो परमेश्वर सच्चा ना, कहता मैं तेरे नाम नू की कर दांगा, उच्चा कर दांगा। देखो वो ऐसा परमेश्वर वा, वो साडा प्यो भी बन जाता तो साडा बच्चा भी बन जाता। की बन गया दाऊद? आओ है यीशु मसीह सारी दुनिया का मालिक दाऊद का पुत्र बन गया, क्योंकि दाऊद उहदे मन पाउंदा सी। बोलो हालेलुया। दाऊद को भी गलतियां होईयां, दाऊद कोलों पाप भी होए, पर वो हमेशा खुदा दे अगे जांदा रहा, उहदे अगे जाके नीवा हो जांदा रहा। मेरे भराओ मैं तुहानूं कहना चाहुंदा, ध्यान दे नाल सुणिओ। परमेश्वर दा वचन कहंदा हर घर दा जिहड़ा सिर वा वो बंदा आ। जिस घर दे विच बंदे नहीं ना सुधरदे हैगे, वो घर कदे तरक्की नहीं कर सकदा। इसलिए अगर तुसी बंदगी ते आउंदे जे, तुहाडी जिहड़ी प्रार्थना वा तुहाडी घरवाली नालों तुहाडे बच्चिआं नालों ज़्यादा होनी चाहिदी है। बोलो सारे हालेलुया। अंकल जी आयो रे, कार्तिक दे डैडी, सारे जोर की ताली बजाओ एडवांस। खुदा ने बहुत वधिया दर्शन दिखाया इन्हों। गोडे ना हथ लाओ, तुसीं वड्डे जे साडे तो। हालेलुया। गुजरे दिनी संडे, पिछले संडे जो बंदगी हो रही सी, मैं देखा कि सारे खड़े हो गए सी ते बाद च खड़े होए। उदों की है? उदों पागरू उतरिया। कहते मैनू उदों कुछ समझ नहीं आई भी मेरे नाल की हो रहा। मैं अखां खोल के देखा भी सारे खलोते हैं। उस तो बाद रात जाके की होया? रात फिर स्वर्गदूत आए तो मैनू ऐ लगा जिदा मेरी मौत हो चुकी, सारे पिंड च रौला पै गया भी मर गया मर गया। तो स्वर्गदूत आंदे नहीं ये तो अपना बंदा वा, इनू प्रभु यीशु मसीह नूं मनदा, इनू छड्ड जाना। हाँ समझ आई? हालेलुया। इन्हों सुपने च आया होया कि जिद्दां इन्हां दी मौत हो गई है, तो कहते भी सुपने च ही स्वर्गदूत आए तो कहते भी नहीं नहीं ये तो बंदा प्रभु दा वा, होर किसे नूं खड़ना वा, इनू नहीं खड़ना, इनू रहण दो। ताली भी जाओ सारे जोर दी। इहदा मतलब पता की जे? मौत भावें तुहाडे बूहे ते आके खड़ी हो जे, तुसीं खुदा दे बंदे जे, परमेश्वर उहनूं भी मोड़ देगा। जोर से ताली बजाओ। बैठो, खुदा बरकत देगा। कलाम दे विच लिखिआ, कलाम सच्चा आ, वचन सच्चा आ। की भला वो अपने प्रीतम नूं नींद विच ही दे दिंदा है। इन्हां नूं नींद विच जिंदगी दित्ती खुदा ने, मौत नहीं दित्ती। कईयां नूं सुपना आउंदा है मैं मर गया, मेरा संस्कार होण दिया, मैनूं चिखे च रखता, अग भी लाती है। जो जाग आउंदी ते चीकां निकल जांदियां, घर दे पुछदे की होया है,
ਮੈਂ ਜੀਂਦਾ ਵਾਂ, ਮੈਨੂੰ ਤਾਂ ਚਿਖੇ 'ਚ ਰੱਖਿਆ ਹੈ। ਪਰ ਦੇਖੋ ਇਹਨਾਂ ਨੂੰ ਐਸਾ ਸੁਪਨਾ ਆਇਆ ਜਿਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਸਵਰਗਦੂਤ ਆ ਕੇ ਬੋਲੇ ਕਿ ਇਹ ਪ੍ਰਭੂ ਦਾ ਬੰਦਾ ਆ। ਬੋਲੋ ਹਾਲੇਲੂਇਆ। ਆਪ ਪਰਮੇਸ਼ਰ ਦੇ ਧੀਆਂ ਪੁੱਤਰ ਜੇ, ਪਰਮੇਸ਼ਰ ਦੇ ਬੇਟੇ ਬੇਟੀਆਂ ਜੇ, ਸਿੱਧੇ ਹੋ ਕੇ ਖੁਦਾ ਦੇ ਰਾਹਾਂ ਤੇ ਚੱਲਣਾ, ਪਰਮੇਸ਼ਰ ਤੁਹਾਨੂੰ ਜ਼ਿੰਦਗੀ ਦੇਗਾ। ਬੋਲੋ ਸਾਰੇ ਹਾਲੇਲੂਇਆ। ਆਓ ਅਸੀਂ ਅੱਖਾਂ ਨੂੰ ਬੰਦ ਕਰਾਂਗੇ, ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ।